ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV NRI ਵਰਡ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਮਰੀਕਾ ਤੇ ਇੰਡੀਆ ਦਾ ਆਪਸੀ ਸੰਬੰਧ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਅਸੀਂ ਰੀਸੈਂਟਲੀ ਪ੍ਰਾਈਮ ਮਿਨਿਸਟਰ ਮੋਦੀ ਨੇ ਵਿਜ਼ਿਟ ਕੀਤਾ ਹੈ ਅਮਰੀਕਾ ਨੂੰ। ਜੋ ਬਾਈਡਨ ਸਾਹਿਬ ਫਸਟ ਲੇਡੀ ਬਹੁਤ ਖੁਸ਼ ਹੋਏ ਨੇ। 21 ਤਰੀਕ ਤੋਂ ਲੈ ਕੇ 23 ਤਰੀਕ ਤੱਕ ਦੀ ਸਟੇਟ ਵਿਜ਼ਿਟ ਰਹੀ ਹੈ। ਸੋ ਦੋਵਾਂ ਕੰਟਰੀਜ਼ ਵਾਸਤੇ ਕਿਸ ਤਰ੍ਹਾਂ ਵਿਨ-ਵਿਨ ਸਿਚੁਏਸ਼ਨ ਰਹੀ ਹੈ। ਦੋਵਾਂ ਕੰਟਰੀਜ਼ ਦਾ 2023 ਦਾ ਏਜੰਡਾ ਕੀ ਹੈ, ਕਿਉਂਕਿ ਇਹ ਗਲੋਬਲ ਪਾਰਟਨਰਸ਼ਿਪ ਦੀ ਗੱਲ ਹੋਣ ਜਾ ਰਹੀ ਹੈ ਔਰ ਪੂਰੀ ਦੁਨੀਆ ਦੀਆਂ ਨਿਗਾਹਾਂ ਇਹਦੇ ਉੱਤੇ ਲੱਗੀਆਂ ਹੋਈਆਂ ਨੇ ਕਿ ਇਹ ਪੂਰੀ ਦੁਨੀਆ ਦੇ ਪੋਲਿਟਿਕਸ ਨੂੰ ਔਰ ਇਕਨੋਮੀ ਨੂੰ ਕੀ ਨਵੀਂ ਦਿਸ਼ਾ ਦੇਣ ਜਾ ਰਹੇ ਨੇ। ਕਿਉਂਕਿ ਵਰਲਡ ਦੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਅਮਰੀਕਾ, ਸਭ ਤੋਂ ਵੱਡੀ ਡੈਮੋਕ੍ਰੇਸੀ ਇੰਡੀਆ, ਦੋਵੇਂ ਮਿਲ ਕੇ ਕੁਝ ਨਵਾਂ ਪਾਰਟਨਰਸ਼ਿਪ ਦੇ ਵਿੱਚ ਕਰਨ ਜਾ ਰਹੇ ਨੇ, ਜਿਸ ਦੀ ਨਜ਼ਰ ਸਾਰੀ ਦੁਨੀਆ ਤੇ ਹੈ ਤੇ ਸਾਰੀ ਦੁਨੀਆ ਦੀ ਨਜ਼ਰ ਇਹਨਾਂ ਦੋਵਾਂ ਦੇ ਉੱਤੇ ਹੈ। ਸੋ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਡਾਕਟਰ ਰਾਜਨ ਸ਼ਰਮਾ, DAV ਯੂਨੀਵਰਸਿਟੀ ਜਲੰਧਰ ਤੋਂ, ਜੋ ਇਹਨਾਂ ਇੰਟਰਨੈਸ਼ਨਲ ਮਾਮਲਿਆਂ ਦੇ ਮਾਹਿਰ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਹੀ ਸਬਜੈਕਟ ਤੇ। ਫਸਟ ਆਫ ਆਲ ਰਾਜਨ ਜੀ, ਵੈਲਕਮ ਟੂ NRI ਵਰਡ। ਧੰਨਵਾਦ ਜੀ, ਨਮਸਕਾਰ, ਸਤਿ ਸ਼੍ਰੀ ਅਕਾਲ। ਸੋ ਅਸੀਂ ਦੇਖਦੇ ਹਾਂ ਕਿ ਸਿੰਸ ਇੰਡੀਪੈਂਡੈਂਸ 47 ਤੋਂ ਹੀ ਇੰਡੀਆ ਔਰ ਪਾਕਿਸਤਾਨ ਆਪਸ ਦੇ ਵਿੱਚ ਖੈਬਾਜ਼ੀ ਚੱਲਦੀ ਰਹੀ। ਰਸ਼ੀਆ ਨਾਲ ਸਾਡੀ ਕਾਫੀ ਅੱਛੀ ਦੋਸਤੀ ਰਹੀ ਹੈ ਔਰ ਚਾਈਨਾ ਨਾਲ ਵੀ ਸਾਡਾ ਸਟਾਰਟਿੰਗ ਦੇ ਵਿੱਚ ਬਹੁਤ ਵਧੀਆ ਰਿਹਾ। ਪ੍ਰਾਈਮ ਮਿਨਿਸਟਰ ਨਹਿਰੂ ਉਹਨਾਂ ਦੇ ਵੱਲ ਕਾਫੀ ਝੁਕਾਵ ਰੱਖਦੇ ਸੀ ਕਿਉਂਕਿ ਸੋਸ਼ਲਿਸਟ ਹੋਣ ਦੇ ਨਾਤੇ, ਔਰ ਸਾਡਾ ਵੀ ਇੰਡੀਆ ਦਾ ਸ਼ੁਰੂ 'ਚ ਕਾਫੀ ਸੋਸ਼ਲਿਸਟ ਸੀਗੇ ਕਿਉਂਕਿ ਜਦੋਂ ਆਜ਼ਾਦੀ ਮਿਲੀ ਆ ਉਦੋਂ ਇਸੇ ਭਾਵਨਾ ਨੂੰ ਲੈ ਕੇ ਚੱਲਦੇ ਰਹੇ। ਪਰ ਜਦੋਂ 1947 ਦੇ ਵਿੱਚ ਇੱਕ ਨਵੀਂ ਦੁਨੀਆ ਸਾਡੇ ਸਾਹਮਣੇ ਆਈ, ਕਿਉਂਕਿ ਨਵੀਂ ਸੈਕੰਡ ਵਰਲਡ ਵਾਰ ਖਤਮ ਹੋਈ ਸੀ ਔਰ ਪੂਰੀ ਦੁਨੀਆ ਇੱਕ ਨਵੀਂ ਸ਼ੇਪ ਲੈ ਰਹੀ ਸੀ ਯੂਨਾਈਟਿਡ ਨੇਸ਼ਨਸ ਦੇ ਅੰਡਰ। ਸੋ ਉਸ ਵਕਤ ਇਹ ਸਭ ਦੇਖਣਾ ਜ਼ਰੂਰੀ ਸੀ ਕਿ ਕੌਣ ਕਿੱਧਰ ਬੈਠਦਾ ਹੈ, ਕਿਹਦਾ ਪੱਖ ਕੀ ਰਹਿੰਦਾ ਹੈ, ਕਿਉਂਕਿ ਗ੍ਰੇਟ ਬ੍ਰਿਟੇਨ ਹਾਰ ਚੁੱਕਾ ਸੀ ਸੁਪਰ ਪਾਵਰ ਦੁਨੀਆ ਦੀ ਸੈਕੰਡ ਵਰਲਡ ਵਾਰ ਦੇ ਵਿੱਚ। ਨਾਓ ਪੂਰੀ ਦੁਨੀਆ ਇੱਕ ਨਵੀਂ ਸ਼ੇਪ ਲੈ ਰਹੀ ਸੀ ਔਰ ਅਮਰੀਕਾ ਉਹਦੇ ਵਿੱਚ ਸੁਪਰ ਪਾਵਰ ਬਣ ਕੇ ਉੱਭਰ ਰਿਹਾ ਸੀ ਔਰ ਉਹਨੂੰ ਕੰਪੀਟ ਕਰਨ ਵਾਸਤੇ ਰਸ਼ੀਆ ਵੀ ਕਿਸੇ ਪਾਸਿਓਂ ਪਿੱਛੇ ਨਹੀਂ ਰਹਿਣਾ ਚਾਹੁੰਦਾ ਸੀ। ਸੋ ਇੰਡੀਆ ਕਿੱਧਰ ਜਾਏਗਾ, ਇਹ ਇੱਕ ਬਹੁਤ ਵੱਡੀ ਸੋਚ ਬਣੀ ਹੋਈ ਸੀ। ਆਫ ਕੋਰਸ ਇੰਡੀਆ ਦਾ ਜ਼ਿਆਦਾ ਝੁਕਾਅ ਰਸ਼ੀਆ ਵੱਲ ਸ਼ੁਰੂ ਤੋਂ ਰਿਹਾ ਹੈ, ਪਰ ਅਮਰੀਕਾ ਨਾਲ ਕਿੱਦਾਂ ਦੇ ਰਿਲੇਸ਼ਨਸ ਰਹੇ ਸਿੰਸ 1947 ਟਿਲ ਡੇਟ 2023 ਤੱਕ, ਇਹਦੇ ਬਾਰੇ ਇੱਕ ਬਰੀਫ ਬੈਕਗਰਾਉਂਡ ਮੈਂ ਤੁਹਾਡੇ ਕੋਲੋਂ ਚਾਹਾਂਗਾ 1947 ਤੱਕ ਲੈ ਕੇ 2023 ਤੱਕ। ਦੇਖੋ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਦੋਨੋਂ ਦੇਸ਼ ਵਿਸ਼ਵ ਦੇ ਬਹੁਤ ਪ੍ਰਮੁੱਖ ਲੋਕਤੰਤਰ ਨੇ। ਅਗਰ ਤੁਸੀਂ ਭਾਰਤ ਦਾ ਸੰਵਿਧਾਨ ਦੇਖੋ ਔਰ ਇੰਡੀਆ ਦਾ ਸੰਵਿਧਾਨ ਦੇਖੋ ਤੇ ਉਹਨਾਂ ਦਾ ਜਿਹੜਾ ਸਟਾਰਟਿੰਗ ਪੁਆਇੰਟ ਹੈ ਉਹ ਹੈ ਵੀ ਦ ਪੀਪਲ ਆਫ ਇੰਡੀਆ ਐਂਡ ਵੀ ਦ ਪੀਪਲ ਆਫ ਦ ਯੂਨਾਈਟਿਡ ਸਟੇਟਸ। ਮਤਲਬ ਇਹ ਬੜਾ ਇੱਕ ਪੈਰਾਡੌਕਸ ਜਿਹਾ ਹੈ ਕਿ ਦੋਨੋਂ ਦੇਸ਼ ਜਿਨ੍ਹਾਂ ਦਾ ਪੋਲੀਟੀਕਲ ਸਟਰਕਚਰ ਸੇਮ ਹੈ, ਸੇਮ ਉਹਨਾਂ ਦਾ ਮਤਲਬ ਲਿਬਰਲ ਡੈਮੋਕ੍ਰੇਸੀ ਜਿਹਨੂੰ ਅਸੀਂ ਕਹਿੰਦੇ ਉਦਾਰਵਾਦੀ ਲੋਕਤੰਤਰ, ਇੱਕ ਪੀਪਲਸ ਡੈਮੋਕ੍ਰੇਸੀ ਹੈ। ਉਹ ਜਿਹੜੇ ਕਮਿਊਨਿਸਟ ਹੈ ਉਹ ਕਹਿੰਦੇ ਅਸੀਂ ਅਸਲੀ ਲੋਕਤੰਤਰ ਹੈ। ਲਿਬਰਲ ਡੈਮੋਕ੍ਰੇਸੀ ਦਾ ਮਤਲਬ ਜਿੱਥੇ ਪੋਲੀਟੀਕਲ ਰਾਈਟਸ ਨੇ, ਫਰੀडम ਹੈ, ਜਸਟਿਸ ਹੈ, ਰੂਲ ਆਫ ਲਾਅ ਹੈ ਔਰ ਫੰਡਾਮੈਂਟਲ ਰਾਈਟਸ ਹੈ, ਹਿਊਮਨ ਰਾਈਟਸ 'ਤੇ ਜ਼ਿਆਦਾ ਕਰਕੇ ਗੱਲ ਹੁੰਦੀ ਹੈ। ਪਰ ਇਹਦੇ ਬਾਵਜੂਦ ਵੀ ਸਾਡੇ ਸੰਬੰਧ ਜਿਹੜੇ ਆ ਸ਼ੁਰੂ ਤੋਂ ਜ਼ਿਆਦਾ ਉਹਨਾਂ ਵਿੱਚ ਕੁੜੱਤਨ ਜ਼ਿਆਦਾ ਰਹੀ ਹੈ, ਉਹਨਾਂ ਵਿੱਚ ਅਵਿਸ਼ਵਾਸ ਜ਼ਿਆਦਾ ਰਹੀ ਹੈ, ਉਹਨਾਂ ਵਿੱਚ ਟਕਰਾਅ ਜ਼ਿਆਦਾ ਰਿਹਾ, ਉਹਨਾਂ ਦੇ ਵਿੱਚ ਜਿਹੜਾ ਸ਼ੰਕਾ ਜ਼ਿਆਦਾ ਰਿਹਾ। ਚਾਹੇ ਕਿ ਇਹ ਬੜੀ ਮਹੱਤਵਪੂਰਨ ਗੱਲ ਇੱਥੇ ਕਹਿਣ ਵਾਲੀ ਹੈ ਕਿ ਜਦੋਂ ਅਮਰੀਕਾ ਪਹਿਲਾ ਦੇਸ਼ ਸੀ, ਪਹਿਲੀ ਕਲੋਨੀ ਸੀ ਜਿਹੜੇ ਇੰਗਲੈਂਡ ਤੋਂ ਆਜ਼ਾਦ ਹੋਇਆ ਔਰ ਭਾਰਤ ਵਾਸਤੇ ਪ੍ਰੇਰਨਾ ਸਰੋਤ ਸੀ ਕਿ ਅਗਰ ਇੰਗਲੈਂਡ ਤੋਂ ਜਿਹੜੇ ਹੈ ਅਮਰੀਕਨ ਆਜ਼ਾਦੀ ਲੈ ਸਕਦੇ, ਸਾਡੇ ਵਾਸਤੇ ਪ੍ਰੇਰਨਾ ਵੀ ਸੀ। ਸਾਨੂੰ ਉਹਨਾਂ ਨੇ ਸਪੋਰਟ ਵੀ ਕੀਤਾ ਔਰ ਨਾਲ ਦੀ ਨਾਲ ਜਦੋਂ ਭਾਰਤ ਆਜ਼ਾਦ ਹੋ ਗਿਆ ਤਾਂ ਮਤਲਬ ਆਜ਼ਾਦ ਨਹੀਂ ਸੀ ਹੋਇਆ, ਜੇ ਅਸੀਂ ਸੈਕੰਡ ਵਰਲਡ ਖਤਮ ਹੋਇਆ ਸੀ ਤਾਂ ਸਾਡੀ ਸਿਫਾਰਿਸ਼ ਕੀਤੀ, ਜਿਹੜਾ ਰੂਜ਼ਵੈਲਟ ਸੀ ਉਹਨੇ ਵਿੰਸਟਨ ਚਰਚਿਲ ਪ੍ਰਾਈਮ ਮਿਨਿਸਟਰ ਨੂੰ ਕਿਹਾ ਵੀ ਦੇਖੋ ਭਾਰਤੀਆਂ ਨੇ ਤੁਹਾਡਾ ਸਾਥ ਦਿੱਤਾ ਹੈ, ਤੁਸੀਂ ਉਹਨਾਂ ਨਾਲ ਪ੍ਰੋਮਿਸ ਕੀਤਾ ਹੈ ਤੇ ਯੂ ਮਸਟ ਗਿਵ ਦੈਮ ਇੰਡੀਪੈਂਡੈਂਸ। ਲੇਕਿਨ ਇਹ ਚੀਜ਼ਾਂ ਦੇ ਬਾਵਜੂਦ ਵੀ ਮਤਲਬ ਦੇਖੋ ਦੋਨੋਂ ਦੇਸ਼ ਜਿਹੜੇ ਵਰਲਡ ਪੀਸ ਵਾਸਤੇ ਹੈ, ਦੋਨੋਂ ਦੇਸ਼ ਜਿਹੜੇ ਹੈ ਇਹ ਡੈਮੋਕ੍ਰੈਟਿਕ ਵੈਲਿਊ ਵਾਸਤੇ ਹੈ। ਲੇਕਿਨ ਸ਼ੁਰੂ 'ਚ ਕੀ ਹੋਇਆ ਕਿ ਸਾਡਾ ਇੱਕ ਦੂਜੇ ਨਾਲ ਜਿਹੜੀ ਲੈਕ ਆਫ ਅੰਡਰਸਟੈਂਡਿੰਗ ਸੀ, ਲੈਕ ਆਫ ਇੰਟਰਸਟ ਸੀ, ਕਿਉਂਕਿ ਇਹ ਪ੍ਰੋਜੈਕਟ ਕੀਤਾ ਜਾਂਦਾ ਸੀ ਵੀ ਇੰਡੀਆ ਜਿਹੜਾ ਹੈ ਇਹ ਇੱਕ ਬੈਕਵਰਡ ਕੰਟਰੀ ਹੈ, ਉੱਥੇ ਗਰੀਬੀ ਹੈ, ਇਟਸ ਏ ਲੈਂਡ ਆਫ ਸਨੇਕ ਚਾਰਮਰ ਔਰ ਮਹਾਰਾਜੇ ਨੇ ਉੱਥੇ ਧਰਮ ਦਾ ਬੜਾ ਬੋਲਬਾਲਾ, ਉੱਥੇ ਅੰਧ ਵਿਸ਼ਵਾਸ ਹੈ। ਡੁਡਾਲ ਕਿਪਲਿੰਗ ਵਗੈਰਾ ਦੇ ਅਗਰ ਅਸੀਂ ਰੈਫਰੈਂਸ ਦੇਖੀਏ ਵੀ ਉਹ ਇੰਡੀਆ ਦੀ ਕੋਈ ਹਿਸਟਰੀ ਨਹੀਂ ਹੈਗੀ, ਉੱਥੇ ਅੰਧ ਵਿਸ਼ਵਾਸ ਵਾਲੇ ਲੋਕ ਆ, ਉੱਥੇ ਰਿਲੀਜਨ ਦੀ ਬੜੀ ਮਹੱਤਤਾ ਹੈ। ਤੇ ਵੈਸੇ ਵੀ ਜਦੋਂ ਇਹੋ ਜਿਹਾ ਮਾਹੌਲ ਹੋਵੇ ਤਾਂ ਅਮਰੀਕਾ ਦਾ ਉਹਦੇ ਵਿੱਚ ਕੋਈ ਇੰਟਰਸਟ ਤਾਂ ਹੋਏਗਾ ਨਹੀਂ, ਗਰੀਬੀ ਅਨਪੜ੍ਹਤਾ ਬੇਕਾਰੀ ਵਿੱਚ ਉਹਨਾਂ ਨੇ ਇੰਟਰਸਟ ਕਿੱਥੋਂ ਹੋਏਗਾ। ਸੋ ਇਸ ਕਰਕੇ
ਇਹਦੇ ਤੋਂ ਇਲਾਵਾ ਅਗਰ ਅਸੀਂ ਦੇਖੀਏ ਕਿ ਦੋਨੋਂ ਦੇਸ਼ ਜਿਹੜੇ ਹੈ ਉਹ ਵਿਸ਼ਵ ਸ਼ਾਂਤੀ, ਸਾਡੀ ਵੀ ਜਿਹੜੀ ਫੋਰਨ ਪਾਲਿਸੀ ਹੈ ਇਟ ਇਜ਼ ਅ ਪਾਲਿਸੀ ਆਫ ਪੀਸਫੁਲ ਰੈਜ਼ੋਲੂਸ਼ਨ ਆਫ ਦ ਕਨਫਲਿਕਟ। ਔਰ ਅਸੀਂ ਯੂਨਾਈਟਿਡ ਨੇਸ਼ਨ ਦੇ ਫਾਊਂਡਰ ਮੈਂਬਰ ਆ। ਯੂਨਾਈਟਿਡ ਨੇਸ਼ਨ ਦਾ ਜਿਹੜਾ ਚਾਰਟਰ ਹੈ, ਜਿਹੜਾ ਸ਼ਾਂਤੀ ਦੀ ਗੱਲ ਕਰਦਾ ਹੈ, ਸ਼ਾਂਤੀਪੂਰਵਕ ਸੰਬੰਧਾਂ ਦੀ ਸੋਲਿਊਸ਼ਨ ਦੀ ਗੱਲ ਕਰਦਾ ਹੈ, ਹਰ ਦੇਸ਼ ਦੇ ਸੋਵਰਨ ਇਕੁਐਲਿਟੀ ਦੀ ਗੱਲ ਕਰਦਾ ਹੈ, ਯੂਨਿਟੀ ਇੰਟੀਗ੍ਰਿਟੀ ਦੀ ਗੱਲ ਕਰਦਾ ਹੈ, ਸਾਰੇ ਸਾਡੇ ਸੇਮ ਫੈਕਟਰਸ ਸੀ। ਪਰ ਇਹ ਹੋ ਨਹੀਂ ਸਕਿਆ ਕਿਉਂਕਿ ਉਹਦਾ ਕਾਰਨ ਸੀ, ਮਤਲਬ ਦੇਖੋ ਚੀਨ ਦੀ ਤੁਸੀਂ ਗੱਲ ਕੀਤੀ ਹੈ, ਚੀਨ ਨੂੰ ਮਾਨਤਾ ਦੇਣ ਬਾਰੇ ਭਾਰਤ ਨੇ ਬੜਾ ਠੋਸ ਕਿ ਐਡਾ ਵੱਡਾ ਕਮਿਊਨਿਸਟ ਦੇਸ਼ ਆਜ਼ਾਦ ਹੋਇਆ, ਤੁਸੀਂ ਉਹਨੂੰ ਯੂਨਾਈਟਿਡ ਨੇਸ਼ਨ 'ਚ ਕਿਉਂ ਨਹੀਂ ਲੈ ਰਹੇ। ਔਰ ਸ਼ੁਰੂ ਵਿੱਚ ਕਾਫੀ ਜ਼ਿਆਦਾ ਸਾਡੀ ਮਦਦ ਵੀ ਉਹਨਾਂ ਕੀਤੀ, ਜਿੰਨੇ ਵੀ ਇੰਡੀਆ ਦੇ IIT ਹੈ, IIM ਹੈ, ਮੈਨੇਜਮੈਂਟ ਹੈ, ਖਾਸ ਕਰਕੇ ਪੰਜਾਬ 'ਚ ਅਸੀਂ ਰਹਿੰਦੇ ਹਾਂ, ਅਤੇ ਗ੍ਰੀਨ ਰੈਵੋਲੂਸ਼ਨ 'ਤੇ ਅਸੀਂ ਭੁੱਲ ਹੀ ਨਹੀਂ ਸਕਦੇ। ਡਾਕਟਰ ਬਰਲੋ ਜਿਹੜਾ ਸੀ ਗ੍ਰੀਨ ਰੈਵੋਲੂਸ਼ਨ ਵਿੱਚ, ਮਤਲਬ ਉਹਨਾਂ ਨੇ ਸਾਡੀ ਮਦਦ ਕੀਤੀ ਹੈ। ਔਰ ਪਲੱਸ ਜਦੋਂ ਇੰਡੀਆ 'ਚ ਫੂਡ ਸ਼ਾਰਟੇਜ ਸੀ ਤਾਂ PL 480 ਦੇ ਤਹਿਤ ਜਿਹੜਾ ਹੈ ਉਹ ਸਾਨੂੰ ਕਣਕ ਵੀ ਮਿਲਦੀ ਹੁੰਦੀ ਸੀ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹਨਾਂ ਨੇ ਸਾਡੀ ਮਦਦ ਕੀਤੀ ਹੈ, ਲੇਕਿਨ ਸਾਡਾ ਵਿਸ਼ਵਾਸ ਪਾਤਰ ਜਿਹੜੇ ਹੈ ਉਹ ਨਹੀਂ ਬਣ ਸਕੇ। ਔਰ ਬਾਕੀ ਵੀ ਅਗਰ ਇਹ ਤਾਂ ਪੋਜ਼ੀਟਿਵ ਫੈਕਟਰ ਹੈ, ਅਗਰ ਆਪਾਂ ਨੈਗੇਟਿਵ ਫੈਕਟਰ ਵੀ ਦੇਖੀਏ ਤਾਂ ਅਮਰੀਕਾ, ਜਿੱਦਾਂ ਤੁਸੀਂ ਕਿਹਾ ਹੈ, ਸੈਕੰਡ ਵਰਲਡ ਵਾਰ ਹੋ ਗਈ, ਉਸ ਤੋਂ ਬਾਅਦ ਕੋਲਡ ਵਾਰ ਸ਼ੁਰੂ ਹੋ ਗਈ। ਉਹ ਕੋਲਡ ਵਾਰ 1945 ਤੋਂ ਲੈ ਕੇ 1991 ਤੱਕ ਚੱਲੀ। ਉਹਦੇ ਵਿੱਚ ਕੀ ਸੀ, ਜਦੋਂ ਸਾਨੂੰ ਆਜ਼ਾਦੀ ਮਿਲ ਗਈ ਤਾਂ ਨਹਿਰੂ ਨੇ ਕਿਹਾ ਏਸ਼ੀਆ ਇਜ਼ ਫਾਰ ਏਸ਼ੀਅਨਸ, ਵੀ ਵੋਂਟ ਬੀ ਏ ਪਾਨ ਇਨ ਦਾ ਹੈਂਡਸ ਆਫ ਐਨੀ ਸੁਪਰ ਪਾਵਰ। ਜਦੋਂ ਅਸੀਂ ਨਾਨ ਅਲਾਈਨਡ ਵਾਲੇ ਰਾਹ 'ਤੇ ਤੁਰ ਪਏ, ਜਦ ਕਿ ਅਮਰੀਕਾ ਸਾਡੀ ਦੋਸਤੀ ਚਾਹੁੰਦਾ ਸੀ, ਅਸੀਂ ਕਿਹਾ ਨਹੀਂ, ਅਸੀਂ ਕਿਸੇ ਵੀ ਗੁੱਟ ਵਿੱਚ ਸ਼ਾਮਲ ਨਹੀਂ ਹੋਣਾ। ਇਟ ਇਜ਼ ਅ ਪਾਲਿਸੀ ਆਫ ਪੀਸ, ਇਟ ਇਜ਼ ਪਾਲਿਸੀ ਆਫ ਨੋਟ ਨਿਊਟਰੈਲਿਟੀ। ਅਸੀਂ ਤਾਂ ਸ਼ਾਂਤੀ ਹੈ, ਸ਼ਾਂਤੀਪੂਰਵਕ ਸੰਬੰਧਾਂ ਨੂੰ ਉਹਨਾਂ ਦਾ ਸਮਾਧਾਨ ਕਰਨਾ ਹੈ। ਇਸ ਕਰਕੇ ਇੱਕ ਤੋਂ ਇੱਕ ਬਾਅਦ ਜਿਹੜੇ ਕਨਫਲਿਕਟ ਆਏ, ਜਿੱਦਾਂ ਕਸ਼ਮੀਰ ਦਾ ਮਸਲਾ, ਜਿੱਦਾਂ ਕੋਰੀਆ ਦਾ ਮਸਲਾ, ਜਿੱਦਾਂ ਵੀਅਤਨਾਮ ਦਾ ਮਸਲਾ, ਜਿੱਦਾਂ ਤੁਸੀਂ ਕਹਿ ਲਓ ਜਿਹੜਾ ਹੈ ਅਫਗਾਨਿਸਤਾਨ ਦੀ ਪ੍ਰੋਬਲਮ ਆਈ ਹੈ, ਜਿੱਦਾਂ ਪਾਕਿਸਤਾਨ ਨੂੰ ਵੈਪਨ ਦਾ ਮਸਲਾ ਹੈ, ਜਿੱਦਾਂ ਹਿੰਦ ਮਹਾਸਾਗਰ ਵਿੱਚ ਡਿਗੋ ਗਾਰਸੀਆ ਦਾ ਮਸਲਾ ਹੈ। ਹਰ ਮਸਲੇ 'ਤੇ UN ਦੇ ਵਿੱਚ, UN ਦੇ ਬਾਹਰ ਸਾਡਾ ਅਮਰੀਕਾ ਨਾਲ ਕੋਈ ਜ਼ਿਆਦਾ ਜਿਹੜੇ ਉਹ ਸਾਡੇ ਤੋਂ ਅਪੋਜ਼ਿਟ ਪੋਜੀਸ਼ਨ ਹੀ ਲੈਂਦੇ ਰਹੇ। ਔਰ ਇਸ ਕਰਕੇ ਮੇਨ ਜਿਹੜਾ ਸੀ, ਈਵਨ ਇਹ ਵੀ ਕਿਹਾ ਜਾਂਦਾ ਵੀ ਜਦੋਂ ਵਿਦਨ ਨਾਲ ਅਸੀਂ ਕੰਪੈਰੀਜ਼ਨ ਕਰਦੇ ਹਾਂ ਵੀ ਨਹਿਰੂ ਜੀ ਗਏ ਉੱਥੇ, ਕੈਨੇਡੀ ਨੇ ਬਹੁਤ ਵੈਲਕਮ ਕੀਤਾ, ਪਰ ਕੈਨੇਡੀ ਜੀ ਨਾਰਾਜ਼ ਹੋ ਗਏ ਜਦੋਂ ਨਹਿਰੂ ਨੇ ਕਿਹਾ ਕਿ ਆਈ ਐਮ ਨਾਨ ਅਲਾਈਨ ਐਂਡ ਆਈ ਐਮ ਨਾਟ ਗੋਇੰਗ ਟੂ ਅਲਾਈਨ ਵਿਦ ਐਨੀਬੋਡੀ। ਸੋ ਇਸ ਕਰਕੇ ਇੱਕ ਲੰਮਾ ਪਿਛੋਕੜ ਹੈ ਕਿ ਇਹ ਮਤਲਬ ਆਮ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬਈ 3 ਦਹਾਕੇ ਪਹਿਲੇ ਕੋਈ ਖਾਸ, ਮਤਲਬ ਅਮਰੀਕਾ ਇੱਕ ਸੁਪਰ ਪਾਵਰ ਹੈ ਅਤੇ ਅਸੀਂ ਉਹਨੂੰ ਪਲੀਜ਼ ਕਰਨ ਵਿੱਚ ਲੱਗੇ ਹੋਏ ਹਾਂ, ਅਤੇ ਜਿਹੜਾ ਵਿਸ਼ਵ ਆਰਡਰ ਹੈ ਉਹਦੇ ਵਿੱਚ ਸਾਡੀ ਕੋਈ ਜਗ੍ਹਾ ਨਹੀਂ ਹੈਗੀ। ਜਦ ਕਿ ਹੁਣ ਚੀਜ਼ਾਂ ਚੇਂਜ ਹੋ ਗਈਆਂ, ਪਰਮੂਟੇਸ਼ਨ ਕੰਬੀਨੇਸ਼ਨ ਜਿਹੜੇ ਬਦਲ ਚੁੱਕੇ ਨੇ। ਹੁਣ ਅਮਰੀਕਾ ਨੂੰ ਇੰਡੀਆ ਦੀ ਲੋੜ ਜ਼ਿਆਦਾ ਹੈ, ਨਾ ਕਿ ਇਹਦੇ ਉਲਟ ਜਿਹੜਾ ਹੈ, ਕਿਉਂਕਿ ਅਮਰੀਕਾ ਜਿਹੜਾ ਹੈ ਇਸ ਟਾਈਮ ਜਿਹੜੀ ਸਿਚੁਏਸ਼ਨ ਹੈ, ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈ। ਇੱਕ ਤਾਂ ਹੈ ਕਿ ਕਿਸੇ ਵੀ ਦੇਸ਼ ਦੀ ਜਿਹੜੀ ਇਕੋਨਮੀ ਅਗਰ ਸਟਰੋਂਗ ਹੈ ਉਹ ਦੇਸ਼ ਤਰੱਕੀ ਕਰੇਗਾ, ਜੋ ਭਾਰਤ 'ਚ ਹੈ। ਦੂਸਰਾ ਜਿਹੜਾ ਜੀਓਪੋਲੀਟੀਕਲ ਇਨਵਾਇਰਮੈਂਟ ਅਗਰ ਫੇਵਰੇਬਲ ਹੈ, ਅਤੇ ਜਿਹੜਾ ਕਿ ਹੁਣ ਹੈ ਸਾਡੇ ਮਾਫਕ ਹੈ, ਇਸ ਕਰਕੇ ਇਹਦੇ ਬਾਵਜੂਦ ਵੀ ਮਤਲਬ ਅਸੀਂ ਬੜੇ ਲੇਟ ਛੋਟੇ ਛੋਟੇ ਬੇਬੀ ਸਟੈਪ ਜਿਹੜੇ ਸੀ ਇੰਡੋ US ਰਿਲੇਸ਼ਨ ਸ਼ੁਰੂ ਕੀਤੇ। ਔਰ ਉਹਦੇ ਵਿੱਚ ਜਿਹੜਾ ਇੱਕ ਮਾਈਲ ਸਟੋਨ ਕਹਿ ਲੈਂਦੇ ਹਾਂ 2005 ਦਾ ਜਿਹੜਾ ਨਿਊਕਲੀਅਰ ਡੀਲ ਹੈ, ਜਦੋਂ ਵਿਸ਼ਵਾਸ ਸ਼ੁਰੂ ਹੋਇਆ ਅਤੇ ਮਨਮੋਹਨ ਸਿੰਘ ਸਾਹਿਬ ਨੇ ਸਾਈਨ ਕੀਤਾ ਅਤੇ ਕਿਹਾ ਗਿਆ ਵੀ ਸਿੰਘ ਇਜ਼ ਦ ਕਿੰਗ, ਔਰ ਉਸ ਤੋਂ ਫਿਰ ਅੱਗੇ ਅੱਗੇ ਵੱਧਦੇ ਗਏ ਔਰ ਫਿਰ ਵਿਸ਼ਵਾਸ ਬਣਦਾ ਰਿਹਾ, ਵਿਸ਼ਵਾਸ ਬਣਦਾ ਗਿਆ ਜੀ। ਤੁਸੀਂ ਇੱਕ ਬੜੀ ਖੂਬਸੂਰਤ ਗੱਲ ਕਹੀ ਸਟਾਰਟਿੰਗ ਦੇ ਵਿੱਚ ਕਿ ਦੋਵਾਂ ਕੰਟਰੀਜ਼ ਦਾ, ਅਮਰੀਕਾ ਐਂਡ ਇੰਡੀਆ ਦਾ ਜੋ ਕੌਨਸਟੀਟਿਊਸ਼ਨ ਹੈ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ ਜੀ, ਦੋਵਾਂ ਦਾ ਪ੍ਰੀਐਂਬਲ ਸ਼ੁਰੂਆਤ ਵੀ ਦ ਪੀਪਲ ਆਫ ਇੰਡੀਆ ਐਂਡ ਵੀ ਦ ਪੀਪਲ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ, ਇਹ ਸੇਮ ਹੈ ਜੀ। ਇਹਦਾ ਮਤਲਬ ਅਸੀਂ ਡੈਮੋਕ੍ਰੇਸੀ ਦੀ ਫੇਵਰ ਵਿੱਚ ਆ ਦੋਵੇਂ ਕੰਟਰੀਜ਼, ਬਿਲਕੁਲ ਨੋ ਡਾਊਟ ਕਿ ਸਰਕਮਸਟੈਂਸਿਸ ਇੱਦਾਂ ਦੇ ਰਹੇ ਕਿ ਵਿਸ਼ਵਾਸ ਨਹੀਂ ਬਣਿਆ, ਹੁਣ ਵਿਸ਼ਵਾਸ ਬਣਦਾ ਪਿਆ ਜੀ। 2023 ਦਾ ਜੋ ਏਜੰਡਾ ਹੋਣ ਜਾ ਰਿਹਾ ਜੀ, ਦੋਵੇਂ ਦੇਸ਼ਾਂ ਨੇ ਜੁਆਇੰਟ ਸਟੇਟਮੈਂਟ ਦਿੱਤੀ ਹੈ ਜੀ। ਆਫ ਕੋਰਸ ਹਿਸਟਰੀ ਦੇ ਵਿੱਚ ਕਈ ਮਿਠਾਸ ਵੀ ਹੈ, ਕਿਤੇ ਖਟਾਸ ਵੀ ਹੈ, ਕਿਤੇ ਕੁੜੱਤਨ ਵੀ ਹੈ ਜੀ। ਦੈਟ ਇਜ਼ ਅ ਡਿਫਰੈਂਟ ਸਟੋਰੀ, ਉਹਨੂੰ ਡਿਸਕਸ ਕਰਨ ਬੈਠਾਂਗੇ ਤਾਂ ਕੁਝ ਵੀ ਨਿਕਲ ਸਕਦਾ ਵਿੱਚੋਂ। ਬਟ ਐਟ ਪ੍ਰੈਜ਼ੈਂਟ ਜੋ ਸਿਨੈਰੀਓ ਬਣਿਆ ਹੋਇਆ, ਕਿਉਂਕਿ ਬਰਾਕ ਓਬਾਮਾ ਤੋਂ ਬਾਅਦ ਈਵਨ 20 ਈਅਰਸ ਬੈਕ ਚਲੇ ਜਾਈਏ, ਜਾਰਜ ਬੁਸ਼, ਉਹਨਾਂ ਨੇ ਵਧੀਆ ਰਿਲੇਸ਼ਨ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ। ਬਰਾਕ ਓਬਾਮਾ ਇੱਕ ਮਾਈਲਸਟੋਨਸ ਲਿੱਤੇ ਉਹਨਾਂ ਨੇ, ਟਰੰਪ ਸਾਹਿਬ ਨਾਲ ਵੀ ਅੱਛੀ ਦੋਸਤੀ ਰਹੀ ਹੈ, ਤੇ ਹੁਣ ਜੋ ਬਾਈਡਨ ਕਾਫੀ ਪੋਜ਼ਿਟਿਵ ਰੱਖਦੇ ਨੇ ਇਹਦੇ ਵਾਸਤੇ ਸੋਚ।
ਔਰ ਤੁਸੀਂ ਕਿਹਾ ਕਿ ਅੱਜ ਅਮਰੀਕਾ ਨੂੰ ਜ਼ਿਆਦਾ ਲੋੜ ਹੈ ਭਾਰਤ ਦੀ, ਜੀ ਵਾਈਸ ਵਰਸਾ ਉਹ ਡਿਸਕਸ਼ਨ ਦਾ ਮੁੱਦਾ ਰਹੇਗਾ ਕਿ ਇੰਡੀਆ ਨੂੰ ਕਿੰਨੀ ਕੁ ਜ਼ਰੂਰਤ ਹੈ ਅਮਰੀਕਾ ਦੀ, ਕਿਉਂਕਿ ਜ਼ਰੂਰਤ ਤਾਂ ਹਮੇਸ਼ਾ ਰਹਿੰਦੀ ਹੈ, ਇੰਡਿਸਪੈਂਸਿਬਿਲਟੀ ਹੈ ਦੋਨਾਂ ਦੀ। ਡੈਫੀਨੇਟਲੀ ਹੈ। ਔਰ ਸੈਕੰਡ ਵਰਲਡ ਵਾਰ ਤੋਂ ਬਾਅਦ ਕੋਲਡ ਵਾਰ ਦਾ ਤੁਸੀਂ ਜ਼ਿਕਰ ਕੀਤਾ, ਕਿਉਂਕਿ 1992 ਦੇ ਵਿੱਚ ਰਸ਼ੀਆ ਟੁੱਟ ਜਾਂਦਾ ਹੈ। ਜੀ 1917 ਤੋਂ ਲੈ ਕੇ 1992 ਤਕਰੀਬਨ 75 ਇਅਰਸ ਤੱਕ ਸੋਸ਼ਲਿਸਟ ਐਂਡ ਦਿਸ ਕਾਰਲ ਮਾਰਕਸ ਉਹ ਸਭ ਰਹਿੰਦਾ ਹੈ, ਬਟ ਹੁਣ ਉਹ ਵੀ ਸਿਨੈਰੀਓ ਬਦਲ ਗਿਆ ਡਿਫਰੈਂਟ ਹੈ। ਪੁਤਿਨ ਸਾਹਿਬ ਦਾ ਬਿਲਕੁਲ ਡਿਫਰੈਂਟ ਸਿਨੈਰੀਓ ਹੈ। ਜੀ ਉਧਰ ਚਾਈਨਾ ਵੀ ਉਹ ਬਹੁਤ ਸਿਰ ਕੱਢਦਾ ਪਿਆ ਔਰ ਇੰਡੀਆ ਨੂੰ ਚੈਲੰਜ ਹੁੰਦੇ ਨੇ, ਔਰ ਅਸੀਂ ਦੇਖਦੇ ਹਾਂ ਕਿ ਚਾਈਨਾ ਦਾ ਤੇ ਹਮੇਸ਼ਾ ਡਿਸਪਿਊਟ ਹੀ ਰਹਿੰਦਾ ਆਪਣੇ ਬਾਰਡਰ ਏਰੀਆਜ਼ ਦੇ ਨਾਲ, ਦੈਟ ਇਜ਼ ਆਲਸੋ ਅਫੈਕਟ, ਪਰ ਉਹ ਰਸ਼ੀਆ ਦਾ ਦੋਸਤ ਹੈ ਔਰ ਰਸ਼ੀਆ ਦੀ ਸਾਡੇ ਨਾਲ ਕਾਫੀ ਅੱਛੀ ਦੋਸਤੀ ਹੈ। ਜੀ ਅਸੀਂ ਵੈਪਨਸ ਲੈਂਦੇ ਹਾਂ, ਨੈਚੁਰਲ ਗੈਸ ਲੈਂਦੇ ਹਾਂ, ਕਾਫੀ ਕੁਝ ਉਹਨਾਂ ਦੇ ਨਾਲ ਸਾਡੀ ਟ੍ਰਾਂਜੈਕਸ਼ਨਸ ਚੱਲਦੀ ਹੈ, ਈਵਨ ਚਾਈਨਾ ਦੇ ਨਾਲ ਵੀ ਚੱਲਦੀ ਹੈ। US ਦਾ ਇਹ ਏਜੰਡਾ ਹੈ ਜੋ ਐਕਸਪਰਟਸ ਮੰਨਦੇ ਨੇ ਕਿ 2023 ਦੇ ਵਿੱਚ ਕਿ ਅਮਰੀਕਾ ਇਹ ਚਾਹੁੰਦਾ ਹੈ ਕਿ ਇੰਡੀਆ ਨੂੰ ਰਸ਼ੀਆ ਦੀ ਗੋਦੀ 'ਚੋਂ ਚੁੱਕ ਕੇ ਆਪਣੀ ਗੋਦੀ 'ਚ ਬਿਠਾਇਆ ਜਾਵੇ, ਮਤਲਬ ਇਨ ਅ ਪੋਜ਼ਿਟਿਵ ਸੈਂਸ ਕਿ ਉਹਨਾਂ ਨਾਲ ਫਰੈਂਡਸ਼ਿਪ ਕੀਤੀ ਜਾਵੇ, ਸਾਡੇ ਨੇੜੇ ਜ਼ਿਆਦਾ ਹੋਵੇ, ਇਹ ਏਜੰਡਾ ਜ਼ਿਆਦਾ ਰਹੇਗਾ। ਸੋ ਇਸ ਨੂੰ ਸਾਹਮਣੇ ਰੱਖ ਕੇ ਹੀ ਇਹ ਸਾਰੀ ਵਿਜ਼ਿਟਸ ਹੈ ਔਰ ਇਸ ਦਾ ਜੋ ਸਕਸੈਸਫੁਲ ਸਟੋਰੀ ਕੀ ਰਹੇਗੀ ਉਹ ਆਪਾਂ ਉਦੋਂ ਡਿਸਕਸ ਕਰਾਂਗੇ। ਸੋ ਇਹ ਏਜੰਡਾ ਕਿੱਥੋਂ ਤੱਕ ਕਾਮਯਾਬ ਹੁੰਦਾ ਦਿਖਦਾ ਇਸ ਵਿਜ਼ਿਟ ਦੇ ਨਾਲ ਕਿ ਅਮਰੀਕਾ ਦੇ ਨਜ਼ਦੀਕ ਜ਼ਿਆਦਾ ਜਾ ਰਿਹਾ ਹੈ ਭਾਰਤ ਔਰ ਰਸ਼ੀਆ ਕੋਲੋਂ ਥੋੜਾ ਇੱਧਰ ਨੂੰ ਆ ਰਿਹਾ ਹੈ, ਅਮਰੀਕਾ ਵੱਲ ਜ਼ਿਆਦਾ ਜਾ ਰਿਹਾ ਕਿਉਂਕਿ ਡਰੋਨਸ ਦੀ ਟੈਕਨੋਲੋਜੀ ਦੀ ਹਾਂਜੀ ਕਾਫੀ ਟ੍ਰੇਡਸ ਦੀ ਸਾਰੀ ਗੱਲਬਾਤ ਹੋ ਰਹੀ ਹੈ। ਦੇਖੋ ਸਰ, ਇਸ ਤਰ੍ਹਾਂ ਹੈ ਕਿ ਪਹਿਲੇ ਮੈਂ ਇੱਕ ਦੋ ਲਾਈਨਾਂ ਜਿਹੜੀ ਵਿਜਿਟ ਬਾਰੇ ਖਾਸ ਕਰਕੇ ਕਹਾਂਗਾ ਕਿ ਮੈਂ ਜਦੋਂ ਸਕੈਨ ਕਰਦਾ ਹਾਂ, ਪ੍ਰੈਸ ਸਾਰੀ ਦੇਖਦਾ ਹਾਂ, ਇਹ ਵਿਜਿਟ ਬੜੀ ਯੂਨੀਕ ਹੈ। ਮਤਲਬ ਜਿਹੜੇ ਵਰਡ ਯੂਜ਼ ਕੀਤੇ ਗਏ ਇਹਦੇ ਬਾਰੇ ਵੀ ਇਹ ਬੜੀ ਹਿਸਟੋਰਿਕ ਹੈ। ਇਟ ਇਜ਼ ਅ ਟਰਨਿੰਗ ਪੁਆਇੰਟ, ਇਟ ਇਜ਼ ਅ ਪਾਰਟਨਰਸ਼ਿਪ ਆਫ ਦ 21st century, it is a watershed, it is a game changer। ਔਰ ਇਹ ਯੂਨੀਕ ਇਨ ਦਾ ਸੈਂਸ ਹੈ ਵੀ ਜਿੱਦਾਂ ਪੰਜਾਬੀ 'ਚ ਕਹਿੰਦੇ ਆ ਨਾ ਵੀ ਅੱਡੀਆਂ ਚੁੱਕ ਚੁੱਕ ਕੇ, ਪਰ ਜਿੰਨਾ ਯੂ ਹੈਵ ਸੀਨ ਦ ਬਾਡੀ ਲੈਂਗੁਏਜ, ਦ ਬਿਗ ਹੱਗ ਗਿਵਨ ਟੂ ਦਾ, ਮਤਲਬ ਪ੍ਰਾਈਮ ਮਿਨਿਸਟਰ ਦੀ 7th ਵਿਜ਼ਿਟ ਹੈ। ਸੈਕਿੰਡ ਉਹਦੀ ਜਿਹੜੇ ਹੈ ਇਵਨ ਹੀ ਇਜ਼ ਦ 4th ਪਰਸਨ ਟੂ ਗੈਟ ਅਪਰਚੂਨਿਟੀ ਟੂ ਐਡਰੈਸ ਦਾ ਕਾਂਗਰਸ। ਇਹ ਛੋਟੀ ਮੋਟੀ ਗੱਲ ਨਹੀਂ ਹੈ। ਔਰ ਕਾਂਗਰਸ ਵਿੱਚ ਜਿਹੜਾ ਉਹਨੂੰ ਸਟੈਂਡਿੰਗ ਓਵੇਸ਼ਨ ਮਿਲਿਆ, ਸਾਰਾ ਕੁਝ ਜਿਹੜਾ ਹੈ ਉਹ ਆਪਣੇ ਆਪ ਵਿੱਚ ਬੜੀ ਅਲੱਗ ਮਿਸਾਲ ਹੈ। ਇਹ ਜੁਆਇੰਟ ਸੈਸ਼ਨ ਹੈ ਨਾਲੇ। ਹਾਂ, ਜੁਆਇੰਟ ਸੈਸ਼ਨ ਨਹੀਂ, ਤੁਸੀਂ ਕੋਈ ਵੀ ਫੰਕਸ਼ਨ ਦੇਖ ਲਓ, ਚਾਹੇ ਤੁਸੀਂ ਉਹਦੀ ਡਿਨਰ ਡਿਪਲੋਮੇਸੀ ਦੇਖ ਲਓ, ਉਹਦੇ ਵਿੱਚ ਹੂ ਕਿਹੜਾ ਟੌਪ ਦਾ ਬੰਦਾ, ਕੋਈ CEO ਜਿਹੜਾ ਕਿਹੜਾ ਸੀ, ਭਾਵੇਂ ਉਹ ਐਲਨ ਮਸਕ ਹੈ ਤੇ ਭਾਵੇਂ ਉਹ ਸਤਿਨ ਨਡੇਲਾ ਹੈ ਤੇ ਭਾਵੇਂ ਉਹ ਪਚਾਈ ਹੈ ਤੇ ਭਾਵੇਂ ਉਹ ਬੋਇੰਗ ਦਾ CEO ਹੈ ਤੇ ਭਾਵੇਂ ਉਹ ਜਿਹੜਾ ਹੈ ਇੰਡੀਆ ਦੇ ਜਿਹੜੇ ਟੌਪ ਮੋਸਟ ਬਿਜ਼ਨਸਮੈਨ ਜਿਹੜੇ ਹੈ, ਜਿਹੜਾ ਅਡਾਨੀ ਗਰੁੱਪ ਹੈ, ਹਾਂ ਅੰਬਾਨੀ ਹੈ, ਚਾਹੇ ਉਹ ਮਹਿੰਦਰਾ ਹੈ, ਚਾਹੇ ਉਹ ਇੰਦਰਾ ਨੂਈ ਹੈ, ਮਤਲਬ ਟੌਪ ਕਲਾਸ ਬੰਦੇ ਜਿਹੜੇ ਉੱਥੇ ਆ ਰਹੇ, ਜਿਹੜੀ VIP ਇੰਡਸਟਰੀਅਲਿਸਟ ਸਟ੍ਰੈਟੇਜਿਸਟ ਟੌਪ ਬੰਦੇ ਜਿਹੜੇ ਉੱਥੇ ਆ ਰਹੇ। ਪਰ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਚਾਈਨਾ ਫੈਕਟਰ, ਨਾਰਮਲੀ ਅਸੀਂ ਥੋੜੀ ਗਲਤੀ ਕਰ ਲੈਂਦੇ ਹਾਂ ਕਿ ਅਸੀਂ ਸਿਰਫ ਇਸ ਨੂੰ ਇੱਕ ਚਾਈਨਾ ਫੈਕਟਰ ਦੇ ਨਾਲ ਹੀ ਜੋੜ ਦਿੰਦੇ ਹਾਂ ਕਿ ਬਈ ਕਿਉਂਕਿ ਚਾਈਨਾ ਦੀ ਰਾਈਜ਼ ਹੋ ਰਹੀ ਹੈ, ਚਾਈਨਾ ਬੜਾ ਐਗਰੈਸਿਵ ਹੈ, ਬੜਾ ਐਕਸਪੈਂਸ਼ਨਿਸਟ ਹੈ, ਆਲਮੋਸਟ ਉਹਦੇ ਹਰ ਦੇਸ਼ ਨਾਲ ਡਿਸਪਿਊਟਸ ਹੈ ਔਰ ਸਾਡੇ ਨਾਲ ਤਾਂ ਖਾਸ ਕਰਕੇ ਹੈ। ਦੇਖੋ ਕੁਆਡ ਜਿਹੜੀ ਬਣੀ ਹੈ 4 ਦੇਸ਼ਾਂ ਦੀ, ਉਹਦੇ ਵਿੱਚ ਇੰਡੀਆ ਦੀ ਮਹੱਤਤਾ ਕਿਉਂ ਹੈ? ਕਿਉਂਕਿ ਸਿਰਫ ਇੰਡੀਆ ਹੀ ਇੱਕ ਵਾਹਦ ਕੰਟਰੀ ਹੈ ਜਿਹਦਾ ਬਾਰਡਰ ਚੀਨ ਨਾਲ ਲੱਗਦਾ ਹੈ। 7500 ਕਿਲੋਮੀਟਰ ਸਾਡੀ ਕੋਸਟਲ ਲਾਈਨ ਹੈ ਔਰ ਸਾਡਾ ਜਿਹੜਾ ਹਿਮਾਲਿਆ ਜਿਹੜਾ ਕਿ ਇਨਐਕਸੈਸਿਬਲ ਹੈ, ਜਿੱਥੇ ਕਿ ਡਰੋਨ ਦੀ ਮਹੱਤਤਾ ਕਿੱਥੇ ਆਉਣੀ ਹੈ? ਡਰੋਨ ਦੀ ਮਹੱਤਤਾ ਆਉਣੀ ਹੈ ਸਰਵੇਲੈਂਸ, ਕਿ 24/7 ਸਰਵੇਲੈਂਸ ਜਿਹੜਾ ਹੈ ਹਿਮਾਲਿਆ ਦਾ ਇਨਐਕਸੈਸਿਬਲ ਏਰੀਆ ਜਿਹੜਾ ਹੈ ਉੱਥੇ ਸਰਵੇਲੈਂਸ ਜੀ। ਔਰ ਜਿਹੜਾ ਇੰਡੀਅਨ ਓਸ਼ਨ ਜਿਹਦੇ ਵਿੱਚ ਕਿ ਅਮਰੀਕਾ ਵੀ ਪਹਿਲੇ ਖੈਰ ਪ੍ਰੈਜ਼ੈਂਸ ਸੀ ਕਾਫੀ, ਚਾਈਨਾ ਨੇ ਆਪਣੀ ਪ੍ਰੈਜ਼ੈਂਸ ਜਿਹੜੀ ਬਣਾਈ ਹੋਈ ਯਾਰ, ਉਹ ਸਟ੍ਰਿੰਗ ਆਫ ਪਰਲਸ ਇੱਕ ਪਾਲਿਸੀ ਹੈ ਕਿ ਉਹ ਸਾਨੂੰ ਘੇਰਨਾ ਚਾਹੁੰਦਾ ਹੈ। ਚਾਹੇ ਉਹ ਉਹਨੇ ਮਤਲਬ ਦੇਖੋ ਸ਼੍ਰੀਲੰਕਾ ਨੂੰ ਕਰਜ਼ਾ ਦੇ ਦਿੱਤਾ, ਉਹ ਕਰਜ਼ਾ ਉਹਨਾਂ ਕੋਲ ਦਿਆ ਨਹੀਂ ਗਿਆ, ਉਹਨਾਂ ਨੇ ਉਹਦੀ ਪੋਰਟ ਜਿਹੜੀ ਹੰਬਨ ਟੋਟਾ ਜਿਹੜੀ ਸੀ ਉਹ ਐਕਵਾਇਰ ਕਰ ਲਈ ਔਰ ਉਹਦੀ ਬੜੀ ਸਟ੍ਰੈਟੇਜਿਕ ਸਿਗਨੀਫਿਕੈਂਸ ਹੈ। ਮਤਲਬ ਇਹਨੂੰ ਕਹਿੰਦੇ ਡੈਟ ਡਿਪਲੋਮੇਸੀ, ਕਰਜ਼ਾ ਦੇ ਕੇ ਤੇ ਅਗਲੇ ਨੂੰ ਕੰਗਾਲ ਕਰ ਦਿਓ ਤੇ ਫਿਰ ਉਹਨੂੰ ਕਹਦੇ ਵੀ ਲੈ ਆਪਣੀ ਦੇ ਦੇ ਬਈ ਪ੍ਰਾਪਰਟੀ। ਉਹ ਦੇਖੋ ਗਵਾਦੂਰ ਪੋਰਟ ਦੇਖੋ, ਜਬੂਤੀ ਦੇਖੋ ਜਿਹੜਾ ਈਸਟ ਆਫ ਅਫਰੀਕਾ ਹਾਰਨ ਜਿਹੜਾ ਹੈ ਉੱਥੇ ਹੈ, ਮਤਲਬ ਉਹ ਸਾਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਔਰ ਪਾਕਿਸਤਾਨ ਰੈਡੀ ਹੈ। ਇਹ ਸਾਨੂੰ ਯੂ ਹੈਵ ਟੂ ਵੈਰੀ ਵਿਜੀਲੈਂਟ ਕਿ ਜਿਹੜਾ ਐਕਸਿਸ ਹੈ ਰਸ਼ੀਆ, ਚਾਈਨਾ
ਔਰ ਪਾਕਿਸਤਾਨ ਇੱਕ ਸਿਟੀਜ਼ਨ। ਦੇਖੋ ਪਾਕਿਸਤਾਨ ਜਿਹੜਾ ਹੈ ਰੂਸ ਉਹਨੂੰ ਤੇਲ ਦੇ ਰਿਹਾ ਔਰ ਯੂਕਰੇਨ ਦੀ ਵਾਰ ਵਿੱਚ ਪਾਕਿਸਤਾਨ ਐਮੂਨੀਸ਼ਨ ਸਪਲਾਈ ਕਰ ਰਿਹਾ ਔਰ ਉਹਦੇ ਵੀ ਤੁਸੀਂ ਸਟ੍ਰੇਂਜ ਚੀਜ਼ ਦੇਖੋ ਕਿ ਰਸ਼ੀਆ ਤੋਂ ਅਸੀਂ ਆਇਲ ਲੈ ਰਹੇ ਹਾਂ, ਅਮਰੀਕਾ ਨੂੰ ਕੋਈ ਆਬਜੈਕਸ਼ਨ ਨਹੀਂ ਹੈ। ਰਸ਼ੀਆ ਤੋਂ ਹੀ ਅਸੀਂ S-400 ਮਿਸਾਈਲ ਲਈ ਹੈ, ਜਿਹੜਾ 에ਅਰ ਕਵਰ ਸਿਸਟਮ ਹੈ ਉਹਨਾਂ ਨੂੰ ਕੋਈ ਜਿਹੜਾ ਆਬਜੈਕਸ਼ਨ ਨਹੀਂ ਹੈ। ਔਰ ਜਿਹੜਾ ਸਸਤਾ ਤੇਲ ਸਾਨੂੰ ਰਸ਼ੀਆ ਦੇ ਰਿਹਾ ਕਿਉਂਕਿ ਉੱਤੇ ਤੇ ਸੈਂਕਸ਼ਨ ਲੱਗੀਆਂ, ਉਹ ਰਿਫਾਈਨਡ ਹੋ ਕੇ ਅਸੀਂ ਯੂਰਪ ਨੂੰ ਸਪਲਾਈ ਕਰ ਰਹੇ ਹਾਂ। ਸ਼ੋਰ, ਕਿਉਂਕਿ ਯੂਰਪ ਨੇ ਖਰੀਦਣਾ ਨਹੀਂ ਕਿਉਂਕਿ ਉਹ ਸੈਂਕਸ਼ਨ ਹੈ। ਸੋ ਇਸ ਕਰਕੇ ਇਸ ਸਿਨੈਰੀਓ ਦੇ ਵਿੱਚ ਜਿਹੜਾ ਰਸ਼ੀਆ ਹੈ, ਨੋ ਡਾਊਟ ਰਸ਼ੀਆ ਸਾਡਾ ਇੱਕ ਪਰਮ ਮਿੱਤਰ ਰਿਹਾ ਹੈ, ਫਰੈਂਡ ਇਨ ਡੀਡ ਇਜ਼ ਅ ਫਰੈਂਡ ਇਨ ਡੀਡ। ਇਹੀ ਇੱਕ ਕਾਰਨ ਸੀ। ਇਨਫੈਕਟ ਅਮਰੀਕਾ ਦੀ ਜਿਹੜੀ ਪਾਲਿਸੀ ਆਫ ਅਲਾਇੰਸ ਹੈ ਜਾਂ ਪਾਲਿਸੀ ਆਫ ਨੈਸ਼ਨਲ ਇੰਟਰਸਟ ਕਹਿ ਲਓ, ਉਹਨੇ ਹੀ ਪਾਕਿਸਤਾਨ ਔਰ ਚੀਨ ਨੂੰ ਆਪਣੇ ਵੱਲ ਖਿੱਚਿਆ ਕਿਉਂਕਿ ਚਾਈਨਾ ਦਾ ਤੇ ਕੋਈ ਆਈਡੀਓਲੋਜੀਕਲ ਰਿਲੇਸ਼ਨ ਹੀ ਨਹੀਂ ਹੈ ਪਾਕਿਸਤਾਨ ਨਾਲ। ਇੱਕ ਕਮਿਊਨਿਸਟ ਦੇਸ਼ ਹੈ, ਦੂਜਾ ਜਿਹੜਾ ਹੈ ਉਹ ਡੈਮੋਕ੍ਰੇਸੀ ਹੈ। ਇਹ ਹੈਨਰੀ ਕਿਸਿੰਜਰ ਜਿਹੜਾ ਸੀ ਉਸ ਟਾਈਮ ਤੇ 70s ਦੇ ਵਿੱਚ ਹੈਨਰੀ ਕਿਸਿੰਜਰ ਨੇ ਇੱਕ ਵਿਚੋਲਾ ਬਣ ਕੇ ਤੇ ਚੀਨ ਔਰ ਪਾਕਿਸਤਾਨ, ਚੀਨ ਔਰ ਅਮਰੀਕਾ ਨੂੰ ਇਕੱਠੇ ਕੀਤਾ, ਨੇੜੇ ਲਿਆਂਦਾ ਕਿਉਂਕਿ ਉਹਨਾਂ ਕਿਹਾ ਸਾਡਾ ਦੁਸ਼ਮਣ ਤੇ ਕਾਮਨ ਹੀ ਹੈ। ਜਦ ਕਿ ਹੁਣ ਪੋਲਿਟਿਕਸ ਬਿਲਕੁਲ ਉਲਟ ਹੋ ਗਈ ਹੈ। ਹੁਣ ਜਿਹੜਾ ਹੈ ਪੂਰੀ ਦੁਨੀਆ ਜਿਹੜੀ ਹੈ ਵਾਰ ਚੱਲ ਰਹੀ ਯੂਕਰੇਨ ਦੇ ਵਿੱਚ। ਤੁਸੀਂ ਦੇਖੋ ਬੜੀ ਸਟ੍ਰੇਂਜ ਦੀ ਸਿਚੁਏਸ਼ਨ ਹੈ। ਯੂਰਪ ਵਿੱਚ ਵਾਰ ਚੱਲ ਰਹੀ ਹੈ, ਏਸ਼ੀਆ 'ਚ ਕੋਲਡ ਵਾਰ ਚੱਲ ਰਹੀ ਹੈ। ਇਸ ਸਿਨੈਰੀਓ ਦੇ ਵਿੱਚ ਇੰਡੀਆ ਜਿਹੜਾ ਹੈ ਉਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ। ਖਾਲੀ ਉਹਨੂੰ ਅਮਰੀਕਾ ਨਾਲ, ਕਿਉਂਕਿ ਇੰਡੀਆ ਦੀ ਆਪਣੀ ਇੱਕ ਸਟੈਂਡਿੰਗ ਹੈ, ਇੰਡੀਆ ਵਾਹਿਦ ਮੁਲਕ ਹੈ, ਡੈਮੋਕ੍ਰੇਸੀ ਹੈ ਸਾਡਾ, ਜਿਹੜਾ ਵੀ ਆਰ ਵੈਰੀ ਰਿਸਪੋਂਸਿਬਲ ਨਿਊਕਲੀਅਰ ਪਾਵਰ, ਜਿਹੜਾ ਅਮਰੀਕਾ ਵੀ ਮੰਨ ਲਿਆ। ਸਾਨੂੰ ਉਹਨਾਂ ਨੇ ਨਿਊਕਲੀਅਰ ਡੀਲ ਕੀਤਾ, NPT ਸਾਈਨ ਕੀਤੇ ਬਿਨਾਂ ਹੀ। ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਹੈ ਇਟ ਇਜ਼ ਫॉर ਪੀਸਫੁਲ ਪਰਪਸ, ਇਟ ਇਜ਼ ਮਿਨੀਮਮ ਨਿਊਕਲੀਅਰ ਡੈਟਰੈਂਸ। ਹੁਣ ਤੁਸੀਂ ਵੀ ਨਿਊਜ਼ਪੇਪਰ 'ਚ ਪੜ੍ਹਦੇ ਹੋ ਕਿ ਦੋ ਦੁਨੀਆ ਦੇ ਵਾਹਿਦ ਦੇਸ਼ ਨੇ, ਇੱਕ ਪਾਕਿਸਤਾਨ ਹੈ, ਇੱਕ ਚੀਨ ਹੈ, ਜਿਹੜੇ ਤੇਜ਼ੀ ਨਾਲ ਹੋਰ ਜ਼ਿਆਦਾ 170 ਸਾਡੇ ਨਾਲੋਂ ਜ਼ਿਆਦਾ ਨਿਊਕਲੀਅਰ ਵੈਪਨ ਪਾਕਿਸਤਾਨ ਕੋਲ ਨੇ। ਇਸ ਕਰਕੇ ਇਸ ਸਿਨੈਰੀਓ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਵੀ ਕਈ ਫੈਕਟਰ ਨੇ। ਖਾਲੀ ਆਪਾਂ ਚਾਈਨਾ ਨੂੰ ਐਟਰੀਬਿਊਟ ਕਰ ਦਈਏ ਕਿ ਚਾਈਨਾ ਫੈਕਟਰ ਹੈ, ਇਕਨੋਮਿਕ ਫੈਕਟਰ ਵੀ ਹੈ, ਅਮਰੀਕਾ ਦੀ ਡੋਮੈਸਟਿਕ ਪੋਲਿਟਿਕਸ ਵੀ ਹੈ, ਔਰ ਇਹ ਤੋਂ ਇਲਾਵਾ ਜਿਹੜਾ NRI ਫੈਕਟਰ ਜਿਹੜਾ ਹੈ, ਡਾਇਸਪੋਰਾ ਫੈਕਟਰ ਵੀ ਹੈ, ਪੋਜ਼ਿਟਿਵ ਫੈਕਟਰ ਵੀ ਹੈ ਜਿਹੜੇ ਮਤਲਬ ਨੈਗੇਟਿਵ ਨਹੀਂ ਹੈ ਕਿ ਖਾਲੀ ਚਾਈਨਾ ਫੈਕਟਰ ਕਰਕੇ ਬਹੁਤ ਕੰਟਰੀਜ਼ ਆਰ ਕਮਿੰਗ ਟੂਗੈਦਰ। ਸੋ ਆਪਾਂ ਇੱਕ ਗੱਲ ਕਰਾਂਗੇ ਡਿਨਰ ਡਿਪਲੋਮੈਸੀ ਦੀ ਗੱਲ ਕੀਤੀ, ਕਿਉਂਕਿ ਆਪਾਂ ਸਿਰਫ ਇੱਥੋਂ ਤੁਰ ਰਹੇ ਹਾਂ ਕਿ ਅਮਰੀਕਾ ਦੇ ਨਜ਼ਦੀਕ ਕਿੰਨਾ ਇੰਡੀਆ ਜਾ ਰਿਹਾ ਹੈ ਔਰ ਰਸ਼ੀਆ ਤੋਂ ਕਿੰਨਾ ਉਰਾਂ ਆ ਰਿਹਾ ਹੈ। ਮਤਲਬ ਕਿੰਨਾ ਦੂਰ ਜਾ ਰਿਹਾ ਔਰ ਅਮਰੀਕਾ ਦੇ ਕਿੰਨੇ ਨਜ਼ਦੀਕ ਜਾ ਰਿਹਾ, ਜੋ 2023 ਦਾ ਏਜੰਡਾ ਹੈ। ਗਲੋਬਲ ਪਾਰਟਨਰਸ਼ਿਪ ਦਾ ਬੇਸ ਇੱਕ ਤਰ੍ਹਾਂ ਨਾਲ ਇਹ ਲੱਗਦਾ ਪਿਆ ਜਿਸ ਤਰ੍ਹਾਂ ਦੀ ਸਾਰੀ ਸੀਨ ਸਾਹਮਣੇ ਆਉਂਦੇ ਨੇ। ਸੋ ਡਿਨਰ ਡਿਪਲੋਮੈਸੀ ਦੀ ਤੁਸੀਂ ਗੱਲ ਕੀਤੀ ਹੈ। ਕੁਝ ਐਕਸਪਰਟਸ ਕਹਿੰਦੇ ਨੇ ਕਿ ਦੇ ਆਰ ਬੇਸਿਕਲੀ ਬਿਜ਼ਨਸਮੈਨ ਔਰ ਵੈਪਨਸ ਬਣਾਉਣਾ ਉਹਨਾਂ ਦੀ ਸੈਟੇਲਾਈਟ ਇੰਡਸਟਰੀ ਹੈ ਔਰ ਦੇ ਵਾਂਟ ਟੂ ਸੈਲ ਇਟ, ਔਰ ਇੱਕ ਉਹਦੇ ਵਾਸਤੇ ਡਿਨਰ ਡਿਪਲੋਮੈਸੀ ਹੈ। ਬਾਕੀ ਰਿਲੇਸ਼ਨਸ, ਇਕਨੋਮਿਕਸ ਐਂਡ ਪੋਲੀਟੀਕਲ, ਜੀਓਪੋਲਿਟਿਕਸ, ਜੀਓ ਇਕਨੋਮਿਕਸ ਉਹ ਇੱਕ ਉਹਦਾ ਬਾਈ ਪ੍ਰੋਡਕਟ ਹੈ। ਮੇਨ ਚੀਜ਼ ਹੈ ਉਹਨਾਂ ਨੇ ਆਪਣੀ ਇਕੋਨਮੀ ਨੂੰ ਜ਼ਿੰਦਾ ਰੱਖਣਾ ਹੈ ਔਰ ਵਾਰ ਜਿਹੜਾ ਹੈ ਉਹ ਉਹਨਾਂ ਦਾ ਬ੍ਰੈਡ ਐਂਡ ਬਟਰ ਹੈ। ਰਾਈਟ, ਠੀਕ ਹੈ ਨਾ, ਕਿਉਂਕਿ ਵਾਰ ਇਜ਼ ਅ ਬਿਜ਼ਨਸ ਫॉर them ਔਰ ਇਹ ਅਸੀਂ ਸਾਰੇ ਹੀ ਜਾਣਦੇ ਹਾਂ। ਔਰ ਉਹ ਆਪਣਾ ਵੀ ਗਨ ਕਲਚਰ ਕਰਕੇ ਆਪਣੇ ਮੁਲਕ ਦੇ ਵਿੱਚ ਵੀ ਉਹ ਕਾਫੀ ਡਿਜ਼ਾਸਟਰਸ ਰਿਜ਼ਲਟਸ ਨੂੰ ਭੁਗਤ ਰਹੇ ਨੇ, ਉਹ ਵੀ ਅਸੀਂ ਸਾਹਮਣੇ ਜਾਣਦੇ ਹਾਂ। ਸੋ ਜੋ ਪ੍ਰੈਜ਼ੈਂਟ ਵਿਜ਼ਿਟ ਆਪਾਂ ਉਹਦੇ ਉੱਤੇ ਆਉਂਦੇ ਹਾਂ ਕਿਉਂਕਿ ਚਾਈਨਾ ਫੈਕਟਰ, ਰਸ਼ੀਆ ਫੈਕਟਰ ਇਹ ਨਾਲ ਚੱਲਣਗੇ ਔਰ ਇੰਡੀਆ ਫੈਕਟਰ, US ਫੈਕਟਰ, ਕਿਉਂਕਿ ਇਸ ਵਕਤ 3 ਕੰਟਰੀਜ਼ ਦੇ ਉੱਤੇ ਪੂਰੀ ਦੁਨੀਆ ਦੀ ਨਜ਼ਰ ਹੈ। 1 ਇਜ਼ US, 2nd ਇਜ਼ ਇੰਡੀਆ, 3rd ਇਜ਼ ਚਾਈਨਾ। ਆਫ ਕੋਰਸ ਚਾਈਨਾ ਇਜ਼ ਅ ਫਰੈਂਡ ਵਿਦ ਰਸ਼ੀਆ ਔਰ ਇੱਕੋ ਹੀ ਕੁਆਇਨ ਦੇ ਦੋ ਸਿੱਕੇ ਦੇ ਦੋ ਪਹਿਲੂ ਨੇ, ਇੱਕੋ ਹੀ ਸਿੱਕੇ ਦੇ ਟੂ ਸਾਈਡਸ ਆਫ ਅ ਸੇਮ ਕੁਆਇਨ। ਸੋ ਆਪਾਂ ਇੱਧਰ ਆਵਾਂਗੇ ਕਿ ਡਿਨਰ ਡਿਪਲੋਮੈਸੀ ਤੋਂ ਅੱਗੇ ਚੱਲਦੇ ਹਾਂ ਜਿਹਦੇ ਵਿੱਚ ਸਾਰੇ ਟੌਪ ਮੋਸਟ ਬ੍ਰੇਨਸ ਉੱਥੇ ਰਹੇ ਨੇ। ਜੁਆਇੰਟ ਪ੍ਰੈਸ ਕਾਨਫਰੰਸ 'ਤੇ ਆਉਂਦੇ ਹਾਂ ਕਿਉਂਕਿ ਡਿਨਰ ਡਿਪਲੋਮੈਸੀ ਤੋਂ ਬਾਅਦ ਸਿੱਧਾ ਆਪਾਂ ਜੁਆਇੰਟ ਪ੍ਰੈਸ ਕਾਨਫਰੰਸ 'ਤੇ ਪਹੁੰਚਦੇ ਹਾਂ ਔਰ ਇੰਡੀਆ ਦੇ ਵਿੱਚ ਮੋਦੀ ਸਾਹਿਬ ਨੇ ਸ਼ਾਇਦ ਹੀ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਵੇ ਔਰ ਉੱਥੇ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਹੋ ਰਹੀ ਹੈ। ਜੁਆਇੰਟ ਕਾਨਫਰੰਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਮੋਦੀ ਸਾਹਿਬ ਨੂੰ ਉੱਥੋਂ ਦੇ ਪੱਤਰਕਾਰ ਕਾਫੀ ਥੋੜ੍ਹੇ ਟੇਢੇ ਕੁਐਸਚਨ ਵੀ ਪੁੱਛਦੇ ਨੇ ਔਰ ਕਿਤੇ ਨਾ ਕਿਤੇ ਇਹ ਵੀ ਬਾਅਦ ਵਿੱਚ ਅਮਰੀਕਾ ਦੇ ਵਿੱਚ ਆਵਾਜ਼ ਆਈ ਕਿ ਟਰੋਲ ਕੀਤਾ ਹੈ ਜੀ ਸਾਨੂੰ, ਸਾਡੇ ਪੱਤਰਕਾਰਾਂ ਦੇ ਉੱਤੇ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਥੋੜ੍ਹਾ ਹਾਰਸ਼ ਹੋਏ ਨੇ, ਥੋੜ੍ਹਾ ਹਾਰਡ ਹੋਏ ਨੇ। ਇਹ ਵੀ ਸਾਰੀ ਚੀਜ਼ ਸਾਹਮਣੇ ਆਈ ਕਿਉਂਕਿ ਉੱਥੋਂ ਦਾ ਕਲਚਰ ਡਿਫਰੈਂਟ ਹੈ, ਸਾਡਾ ਕਲਚਰ ਇੱਥੋਂ ਦਾ ਡਿਫਰੈਂਟ ਹੈ ਔਰ ਇੱਕ ਮਾਈਨੋਰਿਟੀਜ਼ ਦੀ ਗੱਲ ਜਿਹੜੀ ਸਾਹਮਣੇ ਆਈ ਔਰ ਓਬਾਮਾ ਸਾਹਿਬ ਦੀ ਜਿਹੜੀ ਸਟੇਟਮੈਂਟ ਹੈ ਉਹਨੂੰ ਸਪੋਰਟ ਕਰਦੀ ਹੈ।
ਕਿ ਜਿੱਦਾਂ ਮਾਈਨੋਰਿਟੀਜ਼ ਦੇ ਹੱਕਾਂ ਦੀ, ਹਿਊਮਨ ਰਾਈਟਸ ਦੀ ਗੱਲ, ਹਾਲਾਂਕਿ ਪਹਿਲਾਂ ਵੀ ਗੱਲ ਕੀਤੀ ਗਈ ਸੀ ਕਿ ਜਦੋਂ ਮੋਦੀ ਸਾਹਿਬ ਆਉਣਗੇ ਤੇ ਬਾਈਡਨ ਸਾਹਿਬ ਨੂੰ ਚਾਹੀਦਾ ਹਿਊਮਨ ਰਾਈਟਸ ਦੇ ਉੱਤੇ ਗੱਲ ਕਰਨ, ਪਰ ਬਾਈਡਨ ਸਾਹਿਬ ਨੇ ਕਿਹਾ ਕਿ ਅਸੀਂ ਕੋਈ ਗਿਆਨ ਨਹੀਂ ਦੇਵਾਂਗੇ, ਸਿੰਪਲ ਗੱਲ ਕਰਾਂਗੇ, ਕਿਉਂਕਿ ਇਟਸ ਅ ਬੇਸਿਕਲੀ ਅ ਬਿਜ਼ਨਸ ਟ੍ਰਿਪ। ਸੋ ਪ੍ਰੈਸ ਕਾਨਫਰੰਸ ਨੂੰ ਜ਼ਰਾ ਆਪਾਂ ਬਰੀਫ ਕਰੀਏ। ਥੋੜਾ ਜਿਹਾ ਮੈਂ ਪਹਿਲੇ ਡਿਨਰ ਬਾਰੇ ਗੱਲ ਕਰੂੰਗਾ। ਡੈਫੀਨੇਟਲੀ। ਤੁਸੀਂ ਹੁਣੇ ਗੱਲ ਕਰ ਰਹੇ ਸੀ ਵੈਪਨਸ ਦੀ, ਤੇ ਕਈ ਵਾਰ ਕਿਹਾ ਵੀ ਜਾਂਦਾ ਹੂ ਗਵਰਨਸ ਯੂਨਾਈਟਿਡ ਸਟੇਟਸ, ਤੇ ਉਹਦਾ ਆਨਸਰ ਹੈ ਇਟ ਇਜ਼ ਦਾ ਆਰਮ ਇੰਡਸਟਰੀ ਵਿਚ ਗਵਰਨਸ। ਓ, ਕਿਉਂਕਿ ਅਗਰ ਆਪਾਂ ਬੋਇੰਗ ਖਰੀਦਦੇ ਹਾਂ ਤੇ ਕਿੰਨੀ ਜੌਬ ਕ੍ਰੀਏਟ ਹੋਏਗੀ ਅਮਰੀਕਾ ਦੇ ਵਿੱਚ। ਇਸ ਕਰਕੇ ਬਿਜ਼ਨਸ ਤੇ ਓਬਵੀਅਸਲੀ ਹੈ, ਕਿਉਂਕਿ ਅਮਰੀਕਾ ਬਾਰੇ ਕਿਹਾ ਜਾਂਦਾ ਵੀ ਦੇਅਰ ਮੇਨ ਦੇ ਆਰ ਬਿਜ਼ਨਸਮੈਨ ਐਂਡ ਦੇਅਰ ਬਿਜ਼ਨਸ ਇਜ਼ ਟੂ ਡੂ ਬਿਜ਼ਨਸ। ਯੈਸ। ਦੂਸਰੇ ਪਾਸੇ ਜਿਹੜੀ ਡਿਨਰ ਵਾਲੀ ਗੱਲ ਹੈ, ਇਹ ਪੰਜਾਬੀ 'ਚ ਵੀ ਕਹਿੰਦੇ ਆ ਵੀ ਕਿਸੇ ਬੰਦੇ ਨੂੰ ਜੇ ਮਨਾਉਣਾ ਹੋਵੇ ਨਾ ਤੇ ਉਹਨੂੰ ਅੱਛੇ ਉਹਦੇ ਪੇਟ ਦੇ ਥਰੂ, ਮਤਲਬ ਜਿਹੜਾ ਨਾ ਤੁਸੀਂ ਜ਼ਿਆਦਾ ਉਹਨੂੰ ਇਨਫਲੂਐਂਸ ਕਰ ਸਕਦੇ, ਦਿਲ ਤੱਕ ਪਹੁੰਚੋ। ਉੱਥੇ ਜਿਹੜੀ ਦੋ ਚੀਜ਼ਾਂ ਜਿਹੜੀਆਂ ਬਹੁਤ ਇੰਪੋਰਟੈਂਟ ਹੈ, ਜਿਹੜਾ ਕਿਉਂਕਿ ਮੋਦੀ ਸਾਹਿਬ ਇੱਕ ਬੜੇ ਕ੍ਰਿਜ਼ਮੈਟਿਕ ਲੀਡਰ ਨੇ ਪੂਰੇ ਵਰਲਡ ਦੇ ਵਿੱਚ, ਜਿਹੜੀ ਇੱਕ ਚਮਤਕਾਰੀ ਵਿਅਕਤੀਤਵ ਹੈ, ਬਾਹਰ ਜ਼ਿਆਦਾ ਪਾਪੂਲਰ ਨੇ ਇੰਡੀਆ ਨਾਲੋਂ ਵੀ, ਔਰ ਵੈਸੇ ਵੀ ਜਿਹੜੇ NRI ਹੈ, ਦੋ ਚੀਜ਼ਾਂ ਨੂੰ ਜੋ ਮੈਂ ਸਮਝਦਾ ਬੜਾ ਉਹਨਾਂ ਨੇ ਪ੍ਰੋਜੈਕਟ ਕੀਤਾ ਹੈ ਜਿਹੜਾ ਫੋਰਨ ਪੋਲਿਸੀ। ਇੱਕ ਤੇ ਬੜਾ ਕਾਬਲ ਉਹਨਾਂ ਕੋਲ ਫੋਰਨ ਮਿਨਿਸਟਰ ਹੈ ਜਿਹੜਾ ਕਿ ਕੈਰੀਅਰ ਡਿਪਲੋਮੈਟ ਹੈ, ਜਿਹਦੀ ਫੈਮਿਲੀ ਜਿਹੜੀ ਹੈ ਇਸ ਕੰਮ ਵਿੱਚ, ਉਹਦੇ ਫਾਦਰ ਸੁਬਰਾਮਨੀ ਉਹ ਡਿਫੈਂਸ ਐਨਾਲਿਸਟ ਹੀ ਬਹੁਤ ਤਗੜੇ, ਔਰ ਉਹ ਆਪ ਖੁਦ ਐਂਬੈਸਡਰ ਵੀ ਰਿਹਾ ਚਾਈਨਾ ਵਿੱਚ ਵੀ ਔਰ ਅਮਰੀਕਾ ਵਿੱਚ ਵੀ। ਤੋ ਡਿਨਰ ਜਿਹੜਾ ਹੈ, ਮਤਲਬ ਉਹਦੇ ਵਿੱਚ ਤੁਸੀਂ ਦੇਖੋ ਜਿਹੜਾ ਮੋਦੀ ਸਾਹਿਬ ਦੀਆਂ ਦੋ ਗੱਲਾਂ, ਇੱਕ ਤੇ ਸੌਫਟ ਪਾਵਰ ਹੈ ਬਹੁਤ, ਉਹਨੂੰ ਪ੍ਰੋਜੈਕਟ ਕੀਤਾ ਉਹਨਾਂ ਨੇ, ਉਹਦੇ ਵਿੱਚ ਭਾਵੇਂ ਯੋਗਾ ਹੋਵੇ, ਭਾਵੇਂ ਮਿਊਜ਼ਿਕ ਹੋਵੇ। ਈਵਨ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਹੈ ਉਹ ਕਹਿ ਰਿਹਾ ਵੀ ਦਲਜੀਤ ਦੋਸਾਂਝ ਦੇ ਜਿਹੜੀ ਬੀਟ ਹੈ ਗਾਣੇ ਦੀ ਉਹ ਸਾਨੂੰ ਬੜੀ ਚੰਗੀ ਲੱਗਦੀ ਹੈ। ਮਿਊਜ਼ਿਕ ਹੈ ਔਰ ਕੁਜ਼ੀਨ ਹੈ। ਉੱਥੇ ਜਿਹੜਾ ਪਹਿਲੀ ਗੱਲ ਤੇ ਜਦੋਂ ਤੁਸੀਂ ਡਿਨਰ ਦੇਖਦੇ ਹੋ ਨਾ ਟੇਬਲ ਤੇ, ਜਿਹੜੀ ਉਹਦੀ ਲੈਂਡਸਕੇਪਿੰਗ ਹੈ ਵੀ ਉੱਥੇ ਇਹ ਭਾਰਤੀ ਜਿਹੜੇ ਫਲੈਗ ਦੇ ਕਲਰ ਦੇ ਫੁੱਲ ਨੇ, ਉੱਥੇ ਸੈਫਰਨ ਕਲਰ ਹੈ, ਉੱਥੇ ਲੋਟਸ ਹੈ, ਉੱਥੇ ਗ੍ਰੀਨ ਹੈ। ਔਰ ਫਿਰ ਜਿਹੜਾ ਵੈਜੀਟੇਰੀਅਨ ਡਾਈਟ ਦੇ ਵਿੱਚ ਜਿਹੜੀ ਇੰਪੋਰਟੈਂਟ ਚੀਜ਼ ਹੈ ਮੈਰੀਨੇਟਡ ਮਿਲਟ, ਬਾਜਰਾ ਜਿਹੜਾ ਹੈ, ਜਿਹੜਾ ਕਿ ਮੋਦੀ ਸਾਹਿਬ ਸ਼੍ਰੀ ਅੰਨ ਕਹਿੰਦੇ ਉਹਨੂੰ, ਮਤਲਬ ਇਹ ਸਾਰੀਆਂ ਚੀਜ਼ਾਂ ਬੜੀ ਬਰੀਕੀ ਨਾਲ ਜਿਹੜਾ ਹੈ ਉਹ ਦੇਖਿਆ ਜਾਏ, ਇਹ ਸਾਰੀ ਸੌਫਟ ਪਾਵਰ, ਮਤਲਬ ਜਿਹੜੀ ਸੌਫਟ ਪਾਵਰ ਹੈ ਕਿ ਬਾਕੀ ਬਾਡੀ ਲੈਂਗੁਏਜ ਜੋ ਤੁਸੀਂ ਦੇਖ ਰਹੇ ਹੋ ਤੇ ਖੈਰ ਹਰ ਬੰਦਾ ਥੋੜੀ ਜਜਮੈਂਟ ਕਰ ਹੀ ਲੈਂਦਾ ਹੈ। ਇਸ ਕਰਕੇ ਡਿਨਰ ਵਿੱਚ ਜਿਹੜੇ ਬੰਦੇ ਪਹੁੰਚੇ ਨੇ ਉਹ ਵੀ ਬੜੀ ਲੰਬੀ ਲਿਸਟ ਹੈ, ਉਹ ਕੋਈ ਛੋਟੇ ਮੋਟੇ ਬੰਦੇ ਨਹੀਂ। ਗੂਗਲ ਜਾਂ ਐਮਾਜ਼ੋਨ, ਕਿਉਂਕਿ ਆਲਰੇਡੀ ਉਹ ਕੰਪਨੀਆਂ ਭਾਰਤ 'ਚ ਕੰਮ ਕਰ ਰਹੀਆਂ, ਪੈਸੇ ਕਮਾ ਰਹੀਆਂ, ਸਾਨੂੰ ਉਹ ਬਹੁਤਾ ਫਾਇਦਾ ਨਹੀਂ ਹੈ ਨਾ ਹੀ, ਕਿਉਂਕਿ ਅਸੀਂ ਉਹਨਾਂ ਦੀ ਜਿਹੜਾ ਹੈ ਡੇਟਾ ਪ੍ਰੋਟੈਕਸ਼ਨ ਦੀ ਗੱਲ ਕਰਦੇ ਹਾਂ, ਪਰ ਅਜੇ ਤੱਕ ਕੋਈ ਗੱਲ ਬਣੀ ਨਹੀਂ ਹੈ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਉੱਥੇ ਇੱਕ ਟੇਡੇ ਕੁਐਸਚਨ ਸੀ ਵੀ ਇੰਡੀਆ 'ਚ ਡੈਮੋਕ੍ਰੇਸੀ ਜਿਹੜੀ ਹੈ ਡਾਊਨ ਸਲਾਈਡ ਹੈ, ਔਰ ਇਹ ਬੜਾ ਮਤਲਬ ਹੈਰਾਨ ਕਰਨ ਵਾਲਾ ਸਵਾਲ ਸੀ। ਲੇਕਿਨ ਉੱਥੇ ਮੋਦੀ ਸਾਹਿਬ ਨੇ ਔਰ ਦੋਨਾਂ ਨੇ ਡਿਫੈਂਡ ਕੀਤਾ ਕਿ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ, ਸਾਡੇ DNA ਦੇ ਵਿੱਚ ਜਿਹੜੀ ਹੈ, ਸਾਡਾ ਕਨਸਟੀਟਿਊਸ਼ਨ ਹੈ, ਉਹਦੇ ਵਿੱਚ ਫਰੀडम ਹੈ, ਉਹ 'ਚ ਜਸਟਿਸ ਹੈ, ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਕਿਉਂਕਿ ਉਹ ਇੱਕ ਸੁਸਾਇਟੀ ਅਲੱਗ ਹੈ, ਔਰ ਇਹ ਕਿਉਂਕਿ ਅਸੀਂ ਸੋਸ਼ਲ ਮੀਡੀਆ 'ਚ ਰਹਿ ਰਹੇ ਹਾਂ ਤੇ ਉਹ ਟ੍ਰੋਲਿੰਗ ਵਾਲਾ ਸਿਸਟਮ ਵਗੈਰਾ ਤਾਂ ਹੁੰਦਾ ਹੀ ਹੈ। ਬਾਕੀ ਇਹਨੂੰ ਰਾਜਨਾਥ ਸਿੰਘ ਨੇ ਵੀ ਡਿਫੈਂਡ ਕੀਤਾ ਕਿ ਜੇ ਇੰਡੀਆ 'ਚ ਡੈਮੋਕ੍ਰੇਸੀ ਨਾ ਹੋਵੇ ਤੇ ਕਰਨਾਟਕਾ ਔਰ ਹਿਮਾਚਲ ਵਿੱਚ ਫਿਰ ਆਪੋਜੀਸ਼ਨ ਪਾਰਟੀ ਕਿੱਦਾਂ ਜਿੱਤ ਸਕਦੀ ਹੈ। ਇਹਦਾ ਮਤਲਬ ਹੈ, ਮਤਲਬ ਉਹਦੇ ਵਿੱਚ ਪਲੱਸ ਮਾਈਨਸ ਹੈ। ਲੇਕਿਨ ਇਹ ਹੈ ਕਿ ਇਹੋ ਜਿਹੇ ਜ਼ਮੀਨ 'ਤੇ ਜਦੋਂ ਤੁਸੀਂ ਜਾਂਦੇ ਹੋ, ਇਹੋ ਜਿਹੇ ਕੁਐਸਚਨ ਓਬਵੀਅਸਲੀ ਤੁਹਾਨੂੰ ਪੁੱਛੇ ਜਾਣੇ ਹੁੰਦੇ ਆ। ਔਰ ਤੁਹਾਨੂੰ ਡੈਮੋਕ੍ਰੇਸੀ ਕੀ ਹੈ? ਡੈਮੋਕ੍ਰੇਸੀ ਇਜ਼ ਏ ਗਵਰਨਮੈਂਟ ਬਾਈ ਕੰਸੈਂਸਸ। ਡੈਮੋਕ੍ਰੇਸੀ ਇਜ਼ ਏ ਗਵਰਨਮੈਂਟ ਵਿਚ ਇਜ਼ ਅਕਾਊਂਟੇਬਲ। ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈ ਉਹਨਾਂ ਦਾ। ਪ੍ਰੈਜ਼ੀਡੈਂਸ਼ੀਅਲ ਸਿਸਟਮ ਦਾ ਮੇਨ ਪਰਪਸ ਹੁੰਦਾ ਦੇਸ਼ ਦੀ ਸਟੇਬਿਲਿਟੀ ਮਜ਼ਬੂਤ ਕਰਨਾ। ਡੈਮੋਕ੍ਰੇਸੀ ਨੂੰ ਅਸੀਂ ਰਿਸਪੌਂਸਿਬਲ ਗਵਰਨਮੈਂਟ ਕਹਿੰਦੇ ਹਾਂ, ਅਕਾਊਂਟੇਬਲ ਗਵਰਨਮੈਂਟ ਕਹਿੰਦੇ ਹਾਂ, ਪ੍ਰਾਈਮ ਮਿਨਿਸਟਰੀਅਲ ਗਵਰਨਮੈਂਟ ਕਹਿੰਦੇ, ਕਿਉਂਕਿ ਉੱਥੇ ਲੋਕਾਂ ਦੇ ਪ੍ਰਤੀਨਿਧ ਲੋਕਾਂ ਪ੍ਰਤੀ ਜ਼ਿੰਮੇਵਾਰ ਹੁੰਦੇ ਨੇ। ਸੋ ਇਸ ਕਰਕੇ ਜੇ ਕੁਐਸਚਨ ਆਉਂਦਾ ਹੈ ਤੇ ਮੇਰੇ ਖਿਆਲ ਕਈ ਵਾਰ ਅਸੀਂ ਕਹਿ ਦਿੰਦੇ ਨੈਗੇਟਿਵ ਨਿਊਜ਼ ਇਜ਼ ਦਾ ਓਨਲੀ ਨਿਊਜ਼, ਤੇ ਉਹ ਫਿਰ ਜ਼ਿਆਦਾ ਪੋਜ਼ਿਟਿਵ ਨਹੀਂ ਹੁੰਦੀ। ਸੋ ਜੁਆਇੰਟ ਪ੍ਰੈਸ ਕਾਨਫਰੰਸ ਜੋ 22 ਨੂੰ ਉਹਨਾਂ ਨੇ ਕੀਤੀ ਹੈ, ਉਹਦੇ ਬਾਰੇ ਠੀਕ ਹੈ, ਤੁਹਾਡੇ ਵਿਊਜ਼ ਇਹ ਐਕਸੈਪਟੇਬਲ ਨੇ ਇਹ ਸਭ ਚੀਜ਼ਾਂ, ਕਿਉਂਕਿ ਇਸ ਤਰ੍ਹਾਂ ਦੇ ਕੁਐਸਚਨਸ ਉਹ ਕਰਨਗੇ ਹੀ, ਕਿਉਂਕਿ ਉਹ ਆਪਣੇ ਨਜ਼ਰੀਏ ਨਾਲ ਉਸ ਨੂੰ ਦੇਖਣਗੇ। ਸੋ ਜੁਆਇੰਟ ਸੈਸ਼ਨ ਜੋ ਰਿਹਾ ਹੈ ਕਾਂਗਰਸ ਦਾ, ਜੁਆਇੰਟ ਸੈਸ਼ਨ ਦੇ ਵਿੱਚ ਸਾਰੀ ਗੱਲਬਾਤ ਜੋ ਹੋਈ ਹੈ ਸਿਕਿਉਰਿਟੀ ਨੂੰ ਲੈ ਕੇ ਗੱਲ ਹੋਈ ਹੈ, ਖਾਸ ਕਰਕੇ ਇੰਟਰਨਲ ਐਕਸਟਰਨਲ ਸਿਕਿਉਰਿਟੀ ਨੂੰ। ਇਹਦੇ ਉੱਤੇ ਆਪਾਂ ਗੱਲ ਕਰਾਂਗੇ, ਔਰ ਇਹਦੇ ਨਾਲ ਹੀ ਤੁਸੀਂ ਮੈਨੂੰ ਇੱਕ ਬਰੀਫ ਆਨਸਰ ਦਿਓਗੇ ਸਕਸੈਸ ਆਫ ਡਿਪਲੋਮੇਸੀ।
ਜੀ ਜੀ ਸੋ ਕਿਉਂਕਿ ਆਪਾਂ ਐਂਡ ਵੱਲ ਵੱਧ ਰਹੇ ਹਾਂ ਪ੍ਰੋਗਰਾਮ ਦੇ, ਸੋ ਆਈ ਵਾਂਟ ਕਿ ਤੁਸੀਂ ਇਹ ਦੋਨੋਂ ਜੁਆਇਨ ਕਰੋ ਔਰ ਸਕਸੈਸ ਸਟੋਰੀ ਕੀ ਰਹੀ, ਕਿਉਂਕਿ ਜੁਆਇੰਟ ਸੈਸ਼ਨ ਇਜ਼ ਅ ਪੋਲੀਟੀਕਲ ਸਿਨੈਰੀਓ ਟੋਟਲੀ, ਔਰ ਉਹਦੇ ਵਿੱਚ ਹੀ ਸਭ ਕੁਝ ਉਹਨਾਂ ਨੇ ਡਿਕਲੇਅਰ ਕਰਨਾ ਹੈ, ਪਲੱਸ ਟੂ ਦੈਟ ਸਕਸੈਸ ਆਫ ਡਿਪਲੋਮੇਸੀ। ਯਾ ਦੇਖੋ, ਜਿਹੜੀ ਜੁਆਇੰਟ ਸਟੇਟਮੈਂਟ ਬੜੀ ਇੰਪੋਰਟੈਂਟ ਹੁੰਦੀ ਹੈ, ਉਹਦੇ ਵਿੱਚ ਉਹਨਾਂ ਨੇ ਮੇਨਲੀ ਜਿਹੜਾ ਹੈ ਮੋਦੀ ਸਾਹਿਬ ਨੇ ਜਿਹੜਾ ਰੈਫਰੈਂਸ ਕੀਤਾ ਕਿ ਵੀ ਦ ਕਲਾਊਡਸ ਆਫ ਕੁਐਸਚਨ, ਜਿਹੜਾ ਵਰਡ ਉਹਨਾਂ ਜਿੱਤਾ ਵੀ ਇੰਡੋ ਪੈਸੀਫਿਕ ਤੇ ਔਰ ਭਾਰਤ ਦੇ ਬਾਰਡਰ ਤੇ ਵੀ ਇਹ ਜਿਹੜੀ ਦਮਨਕਾਰੀ ਨੀਤੀ ਹੈ, ਓਬਵੀਅਸਲੀ ਰੈਫਰੈਂਸ ਟੂ ਪਾਕਿਸਤਾਨ ਔਰ ਚਾਈਨਾ ਸੀ, ਕਿਉਂਕਿ ਟੈਰਰਿਜ਼ਮ ਦੀ ਗੱਲ ਹੁੰਦੀ ਹੈ। ਤੇ ਓਬਵੀਅਸਲੀ ਉਹਨਾਂ ਨੂੰ ਇਹ ਕੁਆਡ ਦੀ ਉਹਨਾਂ ਗੱਲ ਕੀਤੀ, ਖਾਸ ਕਰਕੇ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਗਲੋਬਲ ਆਰਡਰ ਅਸੀਂ ਬਣਾਉਣਾ ਚਾਹੁੰਦੇ ਹਾਂ, ਕਿਉਂਕਿ ਕੁਆਡ ਦੀ 2024 ਵਿੱਚ ਇੰਡੀਆ ਵਿੱਚ ਮੀਟਿੰਗ ਹੋਣ ਜਾ ਰਹੀ ਹੈ, ਕਿ ਇਹ ਜਿਹੜੀ ਦੋਸਤੀ ਹੈ, ਮਤਲਬ ਓਬਵੀਅਸਲੀ ਚਾਈਨਾ ਕਹਿੰਦਾ ਵੀ ਇਟ ਇਜ਼ ਏਸ਼ੀਅਨ ਨਾਟੋ। ਏਸ਼ੀਅਨ ਨਾਟੋ ਵਾਲੀ ਕੋਈ ਗੱਲ ਨਹੀਂ ਹੈ, ਕਿਉਂਕਿ ਅਸੀਂ ਕੋਆਪਰੇਟ ਖਾਲੀ ਚਾਈਨਾ ਦੇ ਅਗੇਂਸਟ ਨਹੀਂ ਕਰ ਰਹੇ, ਉਹਦੇ ਵਿੱਚ ਜਿੰਨੇ ਵੀ ਵਰਲਡ ਇਸ਼ੂਜ਼ ਹੈ, ਕਲਾਈਮੇਟ ਚੇਂਜ ਹੈ, ਚਾਹੇ ਉਹ ਹੈਲਥ ਦਾ ਇਸ਼ੂ ਹੈ, ਚਾਹੇ ਉਹ ਗਲੋਬਲ ਵਾਰਮਿੰਗ ਦਾ ਇਸ਼ੂ ਹੈ, ਚਾਹੇ ਉਹ ਹਿਊਮਨ ਰਾਈਟਸ ਦਾ ਇਸ਼ੂ ਹੈ, ਚਾਹੇ ਜਿੰਨੇ ਵੀ ਸੋਲਰ ਐਨਰਜੀ, ਰੀਨਿਊਏਬਲ ਐਨਰਜੀ ਦੀ ਗੱਲ ਹੈ, ਇਹ ਸਾਰੇ ਇਸ਼ੂ ਵੀ ਇੰਪੋਰਟੈਂਟ ਨੇ, ਖਾਲੀ ਇਹ ਨਹੀਂ ਹੈ ਕਿ ਅਸੀਂ ਇੱਕ ਦੇਸ਼ ਦੇ। ਬਾਕੀ ਜਿਹੜੀ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਉਸ ਵਿਜ਼ਿਟ ਵਿੱਚੋਂ ਕੀ ਸਾਨੂੰ ਮਿਲਿਆ ਕੀ ਹੈ, ਜੇ ਆਪਾਂ ਦੇਖ ਲਈਏ ਟੇਕ ਓਵਰ ਦੇਖ ਲਈਏ, ਇਟ ਵਾਜ਼ ਓਬਵੀਅਸਲੀ ਜਿਹੜਾ ਟੈਕਨੋਲੋਜੀ ਪਹਿਲੀ ਵਾਰੀ ਹੈ, ਕਿਉਂਕਿ ਅਮਰੀਕਾ ਨੇ ਕਦੀ ਸਾਨੂੰ ਟੈਕਨੋਲੋਜੀ ਦੀ ਗੱਲ ਹੀ ਨਹੀਂ ਕੀਤੀ, ਟਰਾਂਸਫਰ ਦੀ ਗੱਲ ਕੀਤੀ, ਜਿਹਦੇ ਵਿੱਚ ਇੱਕ ਕਰਕੇ ਅਸੀਂ ਦੇਖੋ, ਇੱਕ ਤੇ ਸਾਨੂੰ ਜਿਹੜਾ ਹੈ F414 ਇੱਕ ਇੰਜਨ ਮਿਲੇਗਾ, GE ਕੰਪਨੀ ਜਨਰਲ ਇਲੈਕਟ੍ਰੀਕਲ ਜਿਹੜੀ ਹੈ ਉਹ ਇੰਜਨ ਦੇਗੀ, ਉਹ ਸਾਡੇ ਜਿਹੜਾ ਤੇਜਸ ਸਾਡਾ ਹੈ ਲਾਈਟ 에ਅਰਕ੍ਰਾਫਟ ਕੈਰੀਅਰ ਉਹਦੇ ਵਾਸਤੇ ਹੋਏਗਾ, ਮਹੱਤਵਪੂਰਨ ਹੈ। ਪਹਿਲੇ ਸਾਡੇ ਕੋਲ ਸਕੋਈ ਵਗੈਰਾ ਹੈ, ਮਿਗ ਨੇ, ਰਸ਼ੀਅਨ ਨੇ, ਉਹ ਥੋੜ੍ਹਾ ਜਿਹਾ ਚੇਂਜ ਹੋਏਗਾ ਟੈਕਨੋਲੋਜੀ, ਕਟਿੰਗ ਐਜ ਟੈਕਨੋਲੋਜੀ, ਕਿਉਂਕਿ ਇਹਨੂੰ ਕ੍ਰਿਟੀਕਲ ਐਂਡ ਇਮਰਜਿੰਗ ਟੈਕਨੋਲੋਜੀ ਵੀ ਆ, AIR ਵੀ ਹੋਏਗਾ। ਦੂਸਰਾ ਅਸੀਂ 31 ਡਰੋਨ ਖਰੀਦਾਂਗੇ, ਜਿੱਦਾਂ ਮੈਂ ਕਿਹਾ ਕਿ ਡਰੋਨ ਅੱਜ ਕੱਲ੍ਹ ਸਾਰੀ ਵਾਰ ਤੁਸੀਂ ਦੇਖੋ ਯੂਕਰੇਨ ਦੇ ਵਿੱਚ ਡਰੋਨ ਯੂਜ਼ ਹੋ ਰਿਹਾ, ਤਾਂ ਡਰੋਨ ਜਿਹੜਾ ਹੈ ਉਹ ਸਰਵੇਲੈਂਸ ਵੀ ਕਰਦਾ ਔਰ ਇਟ ਕੈਨ ਹਿੱਟ ਦਾ ਟਾਰਗੇਟ ਆਲਸੋ। ਔਰ ਜਿਹੋ ਜਿਹਾ ਸਾਡਾ ਟ੍ਰੇਨ ਹੈ ਹਿਮਾਲਿਆ ਦਾ, ਉੱਤੇ ਸਾਨੂੰ ਡਰੋਨ ਜਿਹੜਾ ਹੈ ਚਾਈਨਾ ਦੇ ਵਾਸਤੇ ਫਾਇਦਾ ਸਾਨੂੰ ਉਹਦਾ ਹੋਏਗਾ। ਇਹ ਤੋਂ ਇਲਾਵਾ ਜਿਹੜਾ ਸੈਮੀ ਕੰਡਕਟਰ ਜਿਹੜੇ ਆ ਬੜਾ ਇੰਪੋਰਟੈਂਟ ਹੈ, ਸਿਲੀਕਨ ਚਿਪ ਜਿਹੜੀ ਹੈ, ਅਮਰੀਕਾ ਚਾਹੁੰਦਾ ਹੈ ਕਿ ਭਾਰਤ ਜਿਹੜਾ ਟੈਕਨੋਲੋਜੀਕਲ ਔਰ ਸੈਮੀ ਕੰਡਕਟਰ ਹੱਬ ਬਣੇ। ਅਗਰ ਉਹ, ਕਿਉਂਕਿ ਮਾਈਕਰੋਨ ਕੰਪਨੀ ਜਿਹੜੀ ਹੈ $825 ਬਿਲੀਅਨ ਜਿਹੜੇ ਆ ਉਹ ਸਪੈਂਡ ਕਰ ਰਹੀ ਹੈ, ਔਰ ਉਹਦੇ ਨਾਲ ਕੀ ਹੋਏਗਾ ਕਿ ਜਿਹੜੀ ਸਪਲਾਈ ਚੇਨ ਹੈ ਸਾਡੀ, ਜਿਹੜੀ ਚੀਨ ਔਰ ਤਾਇਵਾਨ 'ਤੇ ਡਿਪੈਂਡੈਂਸ ਹੈ ਖਤਮ, ਕਿਉਂਕਿ ਹਰ ਚੀਜ਼ ਵਿੱਚ ਜਿਹੜਾ ਹੈ ਚਿਪ ਲੱਗਦੀ ਹੈ, ਤੁਹਾਡੇ ਮੋਬਾਈਲ 'ਚ ਚਿਪ ਹੈ, ਤੁਹਾਡੀ ਕਾਰ 'ਚ ਚਿਪ ਹੈ, ਸਾਰਾ ਕੁਛ ਹੈ। ਸਪੇਸ ਐਗਰੀਮੈਂਟ ਹੈ, ਉਹਦੇ ਨਾਲ ਸਾਨੂੰ ਹੋਰ ਜ਼ਿਆਦਾ ਫਾਇਦਾ ਹੋਏਗਾ। ਹੈਲਥ ਬਾਰੇ ਐਗਰੀਮੈਂਟ ਹੈ। ਫਿਰ ਇਸ ਤੋਂ ਇਲਾਵਾ 100 ਤੋਂ ਵੱਧ ਉਹ ਸਾਡੀਆਂ ਜਿਹੜੀਆਂ ਸਮਗਲ ਹੋਈਆਂ ਕਲਾਕ੍ਰਿਤੀਆਂ ਜਿਹੜੀਆਂ ਉਹ ਵਾਪਸ ਕਰ ਰਹੀ ਹੈ। H1 ਵੀ ਵੀਜ਼ਾ ਜਿਹੜਾ ਹੈ ਔਰ L ਵੀਜ਼ਾ ਜਿਹੜਾ ਹੈ, ਉਹਦੇ 'ਤੇ ਪਿਛਲੇ ਸਾਲ 1,25,000 ਰੁਪਏ 1,25,000 ਸਟੂਡੈਂਟਸ ਜਿਹੜੇ ਉੱਥੇ ਉਹਨਾਂ ਨੇ ਐਂਟਰੀ ਲਈ ਸਟੱਡੀ ਵਾਸਤੇ। ਸੋ ਇਹਦੇ ਵਿੱਚ ਜਿਹੜਾ ਐਜੂਕੇਸ਼ਨਲ ਇੰਸਟੀਟਿਊਸ਼ਨ ਦਾ ਆਦਾਨ ਪ੍ਰਦਾਨ ਹੈ। AI ਤੇ ਮਤਲਬ ਜਦੋਂ ਮੋਦੀ ਸਾਹਿਬ ਨੇ ਐਡਰੈਸ ਕੀਤਾ ਉਹਨਾਂ ਦੀ ਜੁਆਇੰਟ ਸੈਸ਼ਨ ਨੂੰ, ਤੇ ਉਹਨਾਂ ਨੇ ਇੱਕ ਸਮੋਸਾ ਕਾਕਸ ਦੀ ਗੱਲ ਕੀਤੀ, ਉਹ ਜਿਹੜੇ ਇੰਡੀਅਨ ਲੋਕ ਨੇ ਜਿਹੜੇ ਪਾਰਲੀਮੈਂਟ ਵਿੱਚ ਬੈਠੇ ਨੇ, ਉਹਨਾਂ ਦਾ ਬੜਾ ਯੋਗਦਾਨ ਸਮੋਸਾ ਕਾਕਸ। ਔਰ ਖਾਸ ਕਰਕੇ ਇਹ ਉਹਨਾਂ ਨੇ ਵਰਡ ਯੂਜ਼ ਕੀਤਾ ਵੀ ਇਹ ਇੱਕ ਐਂਬੈਸਡਰ ਨਹੀਂ ਆ, ਇਹ ਇੱਕ ਬ੍ਰਿਜ ਨੇ, ਇਹ ਇੱਕ ਕੈਟਾਲਿਸਟ ਨੇ ਜਿਹੜੇ ਦੋਵਾਂ ਦੇਸ਼ਾਂ ਨੂੰ, ਕਿਉਂਕਿ ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ, 1% ਪਾਪੂਲੇਸ਼ਨ ਹੈ, ਲਾਰਜੈਸਟ ਜਿਹੜੇ ਪ੍ਰੋਸਪਰਸ, ਔਰ ਉਹ 6% ਟੈਕਸ ਦਿੰਦੇ, 1% ਵੋਟਰ ਨੇ, ਉਹਨਾਂ ਦਾ ਬੜਾ ਦਬਦਬਾ, ਜਿੰਨੀ ਟੌਪ ਪੋਜੀਸ਼ਨ ਹੈ। ਤਾਂ ਅਸੀਂ ਸਿਲਿਕਨ ਵੈਲੀ ਜਾਓ ਤੁਸੀਂ, ਅਗਰ ਉੱਥੇ ਟੌਪ ਕਲਾਸ CEO ਸਾਰੇ ਇੰਡੀਅਨ ਨੇ, ਔਰ ਟੌਪ ਕਲਾਸ ਜਿਹੜੇ ਟੈਕਨੋਲੋਜਿਸਟ ਹੈ ਉਹ ਵੀ ਇੰਡੀਅਨ ਹੈ। ਅਤੇ ਜੇ ਬੰਗਲੌਰ ਵਰਗਾ ਸ਼ਹਿਰ ਜਿਹੜਾ ਸਾਡੇ ਸਿਲਿਕਨ ਵੈਲੀ ਮਿਲ ਜਾਏ, ਬਣ ਜਾਏ, ਕਿੰਨੀਆਂ ਜੋਬ ਆਉਣਗੀਆਂ। ਔਰ ਖਾਲੀ ਇਹ ਨਹੀਂ ਹੈ, ਲੈਮ ਇੰਸਟੀਟਿਊਸ਼ਨ ਜਿਹੜੀ ਆ ਸਾਡੇ ਜਿਹੜੇ ਇੰਜੀਨੀਅਰ ਟ੍ਰੇਨ ਕਰੇਗੀ, ਜੋਬ ਕ੍ਰੀਏਟ ਹੋਏਗੀ, ਮਤਲਬ ਇੱਕ ਬੜਾ ਮਲਟੀ ਫੈਸੇਟਡ ਜਿਹੜੇ ਆ ਵਿਜ਼ਿਟ ਹੋਈ ਆ, ਔਰ ਉਹਦਾ ਵਿਨ ਸਿਚੁਏਸ਼ਨ ਹੈ, ਕਿਉਂਕਿ ਇੰਡੀਅਨ ਕੰਪਨੀਆਂ ਜਿਹੜੀਆਂ ਉੱਥੇ ਜਾ ਕੇ ਕੰਮ ਕਰ ਰਹੀਆਂ, ਵੀ ਆਰ ਐਡਿੰਗ ਟੂ ਦ ਇਕੋਨਮੀ ਆਫ ਯੂਨਾਈਟਡ ਸਟੇਟਸ, ਬੰਦ ਨਹੀਂ ਹੈ।
ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਔਰ ਇਹਦੇ ਵਿੱਚ ਇੱਕ ਚੀਜ਼ ਹੈ ਕਿ ਦੋਵੇਂ ਕੰਟਰੀਜ਼ ਆਪਣੇ ਲਾਜ਼ ਦੇ ਵਿੱਚ ਵੀ ਰਿਲੈਕਸੇਸ਼ਨ ਕਰਨ ਜਾ ਰਹੀਆਂ ਨੇ ਜੀ ਤਾਂ ਕਿ ਸਿਟੀਜ਼ਨਸ ਆਪਸ ਦੇ ਵਿੱਚ ਹੋਰ ਜ਼ਿਆਦਾ ਮੇਲ ਮਿਲਾਪ ਵਧਾ ਸਕਣ, ਕਿਉਂਕਿ ਇਹ ਵੀ ਸੌਫਟ ਪਾਵਰ ਦਾ ਹਿੱਸਾ ਹੈ। ਕਲਚਰਲੀ ਸਾਡੀ ਸੇਮ ਬੈਕਗ੍ਰਾਉਂਡ ਹੈ ਤੇ ਅਸੀਂ ਕਿਉਂ ਨਾ ਸੋਸ਼ਲੀ ਵੀ ਇਕੱਠੇ ਹੋ ਜਾਈਏ। ਜੋ ਨਿਊ ਵਰਲਡ ਆਰਡਰ ਹੈ ਸਾਡਾ, ਦੋਵਾਂ ਦਾ ਕੰਟਰੀਬਿਊਸ਼ਨ ਦੋਵਾਂ ਕੰਟਰੀਜ਼ ਦਾ ਕੀ ਹੋਣਾ ਚਾਹੀਦਾ ਹੈ, ਦਾ ਓਲਡੈਸਟ ਡੈਮੋਕ੍ਰੇਸੀ ਐਂਡ ਦਾ ਲਾਰਜੈਸਟ ਡੈਮੋਕ੍ਰੇਸੀ। ਸੋ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ, ਤੁਸੀਂ ਇਸ ਵਿਸ਼ੇ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ, ਥੈਂਕ ਯੂ ਸੋ ਮਚ। ਥੈਂਕ ਯੂ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਆਪਣੇ ਵਿਚਾਰ ਇਸ ਵਿਸ਼ੇ ਦੇ ਉੱਤੇ ਸਾਨੂੰ ਇਨਬਾਕਸ ਕਰੋ, ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।